ਜੀ ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਅਸੀਂ 6ਵੀਂ ਜਮਾਤ ਦੇ ਟਰਮ 1 ਸਿਲੇਬਸ ਦੇ ਹਿਸਾਬ ਨਾਲ ਜੋ ਆਪ ਜੀ ਨੂੰ ਚੈਪਟਰ ਦੱਸੇ ਗਏ ਹਨ ਉਹਨਾਂ ਦੇ ਸੰਬੰਧ ਵਿੱਚ ਜੋ ਸ਼ਾਰਟ ਕੁਐਸਚਨ ਨੇ ਉਹਨਾਂ ਦੇ ਸੰਬੰਧੀ ਜਿਹੜੀ ਵੀਡੀਓ ਦੇ ਪ੍ਰਸ਼ਨ ਉੱਤਰ ਆਪਾਂ ਇਸ ਵੀਡੀਓ ਵਿੱਚ ਕਰਨੇ ਹਨ ਉਹਨਾਂ ਬਾਰੇ ਪੜ੍ਹਾਂਗੇ। ਸੋ ਪਿਆਰੇ ਵਿਦਿਆਰਥੀਓ ਜਿਵੇਂ ਕਿ ਜਿਹੜਾ 5 ਨੰਬਰ ਚੈਪਟਰ ਹੈ ਉਸ ਦਾ ਨਾਮ ਹੈ ਲਿਫਾਫੇ। ਸੋ ਬੇਟਾ ਜਿਹੜਾ ਇਹ ਚੈਪਟਰ ਹੈ ਲਿਫਾਫੇ ਇਹ ਵਾਤਾਵਰਨ ਨੂੰ ਸਵਸਥ ਬਣਾਉਣ ਲਈ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਮੋਟੀਵੇਸ਼ਨਲ ਇੱਕ ਚੈਪਟਰ ਹੈ। ਇਸ ਚੈਪਟਰ ਦੇ ਵਿੱਚ ਇੱਕ ਬਜ਼ੁਰਗ ਹਨ ਬਾਪੂ ਕਾਹਨ ਸਿੰਘ ਜੀ। ਸੋ ਉਹ ਇੱਕ ਦਿਨ ਦੇਖਦੇ ਨੇ ਕਿ ਉਹਨਾਂ ਦੇ ਜੋ ਬੱਚੇ ਨੇ ਉਹ ਪਿੰਡ ਦੇ ਵਿੱਚੋਂ ਕੂੜਾ ਕਰਕਟ ਲਿਫਾਫੇ ਇਕੱਠੇ ਕਰ ਰਹੇ ਹਨ। ਸੋ ਦੇਖ ਕੇ ਉਹਨਾਂ ਨੂੰ ਬੜਾ ਗੁੱਸਾ ਚੜ੍ਹਿਆ ਅਤੇ ਉਹਨਾਂ ਦੇ ਪਿੱਛੇ ਦੌੜੇ ਅਤੇ ਬੱਚੇ ਦੌੜਦੇ ਹੋਏ ਸਕੂਲ ਦੇ ਅੰਦਰ ਚਲੇ ਜਾਂਦੇ ਹਨ। ਸੋ ਜਾ ਕੇ ਇਸ ਗੱਲ ਦਾ ਪਤਾ ਕਰਨ ਲਈ ਕਿ ਬੱਚੇ ਕੂੜਾ ਕਵਾੜਾ ਇਕੱਠਾ ਕਰਨ ਕਿਉਂ ਲਾਏ ਨੇ ਅਤੇ ਉੱਥੋਂ ਦੇ ਜਦੋਂ ਅਧਿਆਪਕ ਨਾਲ ਗੱਲਬਾਤ ਕਰਦੇ ਨੇ ਤਾਂ ਅਧਿਆਪਕ ਸਾਹਿਬਾਨ ਉਹਨਾਂ ਨੂੰ ਦੱਸਦੇ ਹਨ ਕਿ ਬੱਚੇ ਕੂੜਾ ਇਕੱਠਾ ਕਰਨ ਨਹੀਂ ਗਏ, ਸਗੋਂ ਇਹ ਪਲਾਸਟਿਕ ਦੇ ਪੋਲੀਥੀਨ ਇਕੱਠੇ ਕਰਨ ਗਏ ਸਨ। ਜਿਹੜੇ ਪੋਲੀਥੀਨ ਜਦੋਂ ਕਿਸੇ ਨਾਲੀਆਂ ਵਿੱਚ ਡਿੱਗ ਜਾਂਦੇ ਹਨ ਤਾਂ ਉਸ ਨਾਲੀਆਂ ਨੂੰ ਬਲੌਕ ਕਰ ਦਿੰਦੇ ਹਨ। ਸੋ ਜੇਕਰ ਇਹ ਧਰਤੀ ਦੇ ਉੱਪਰ ਪਏ ਰਹਿਣ ਅਤੇ ਉੱਪਰ ਇਹਨਾਂ ਦੇ ਮਿੱਟੀ ਪੈ ਜਾਵੇ ਤਾਂ ਇਹ ਧਰਤੀ ਦੀ ਜੀ ਜੋ ਉਪਜਾਊ ਸ਼ਕਤੀ ਹੈ ਉਸ ਨੂੰ ਕਿਵੇਂ ਘੱਟ ਕਰਦੇ ਹਨ। ਸੋ ਜਿਹੜੇ ਪਲਾਸਟਿਕ ਦੇ ਪੋਲੀਥੀਨ ਨੇ ਜਦੋਂ ਅਸੀਂ ਇਹਨਾਂ ਵਿੱਚ ਕੋਈ ਵੀ ਘਰ ਦਾ ਕੂੜਾ ਪਾ ਕੇ ਸੁੱਟ ਦਿੰਦੇ ਹਾਂ ਕਿਵੇਂ ਪਸ਼ੂ ਇਹਨਾਂ ਨੂੰ ਖਾ ਜਾਂਦੇ ਹਨ ਅਤੇ ਉਹ ਕਿਵੇਂ ਪਸ਼ੂਆਂ ਦੀ ਮੌਤ ਦਾ ਕਾਰਨ ਬਣਦੇ ਹਨ। ਇਸ ਬਾਰੇ ਵੀ ਜਿਹੜਾ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਬਜ਼ੁਰਗਾਂ ਨੂੰ ਜੋ ਅਧਿਆਪਕਾਂ ਦੇ ਨਾਲ ਗੱਲ ਕਰਨ ਗਏ ਸਨ। ਅਤੇ ਨਾਲ ਹੀ ਦੱਸਿਆ ਜਾਂਦਾ ਹੈ ਕਿ ਜਦੋਂ ਇਹਨਾਂ ਪੋਲੀਥੀਨਸ ਨੂੰ ਫੂਕਿਆ ਜਾਂਦਾ ਹੈ ਤਾਂ ਇਹਨਾਂ ਵਿੱਚੋਂ ਬੜੀਆਂ ਹੀ ਜ਼ਹਿਰੀਲੀਆਂ ਗੈਸਾਂ ਜਿਹੜੀਆਂ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੀਆਂ ਹਨ ਉਸ ਬਾਰੇ ਵੀ ਚਾਨਣਾ ਪਾਇਆ ਜਾਂਦਾ ਹੈ। ਸੋ ਓਵਰਆਲ ਜਦੋਂ ਅਧਿਆਪਕ ਪੋਲੀਥੀਨ ਦੇ ਲਈ ਜੋ ਲਿਫਾਫੇ ਨੇ ਉਹਨਾਂ ਬਾਰੇ ਵਿਸਤਾਰ ਤਹਿਤ ਜਾਣਕਾਰੀ ਦਿੰਦੇ ਹਨ ਬਾਪੂ ਜੀ ਨੂੰ ਤਾਂ ਫਿਰ ਉਹਨਾਂ ਨੂੰ ਥੋੜ੍ਹਾ ਚਾਨਣਾ ਪੈਂਦਾ ਹੈ। ਅਤੇ ਜਦੋਂ ਆਖਰ ਦੇ ਵਿੱਚ ਉਹ ਸਕੂਲ ਤੋਂ ਬਾਹਰ ਆਉਂਦੇ ਹਨ ਤਾਂ ਲਿਫਾਫੇ ਚੁੱਕੀ ਆਉਂਦੇ ਬੱਚਿਆਂ ਨੂੰ ਵੇਖ ਕੇ ਕਹਿੰਦੇ ਨੇ ਵਾਹ ਪੁੱਤਰੋ ਅੱਜ ਤਾਂ ਬੜੀ ਵੱਡੀ ਮੱਲ ਮਾਰੀ ਹੈ ਤੁਸਾਂ। ਸੋ ਆਖਰ ਦੇ ਵਿੱਚ ਜਿਹੜਾ ਇਹ ਚੈਪਟਰ ਆ ਫਿਰ ਜਿਹੜੇ ਬਜ਼ੁਰਗ ਨੇ ਉਹ ਵੀ ਸਹਿਮਤ ਹੁੰਦੇ ਨੇ ਕਿ ਜਿਹੜੇ ਪੋਲੀਥੀਨ ਦੇ ਲਿਫਾਫੇ ਨੇ ਕਿ ਕਿਵੇਂ ਉਹ ਸਾਡੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਹੇ ਹਨ। ਸੋ ਇਹਦੇ ਵਿੱਚ ਇਹ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਰਕਾਰ ਕਈ ਥਾਵਾਂ 'ਤੇ ਇਹਨਾਂ ਲਿਫਾਫਿਆਂ ਉੱਪਰ ਰੋਕ ਲਾ ਚੁੱਕੀ ਹੈ ਅਤੇ ਮਨੁੱਖ ਨੂੰ ਕੀ ਚਾਹੀਦਾ ਕਿ ਇਹਨਾਂ ਦੀ ਜਗ੍ਹਾ 'ਤੇ ਜਦੋਂ ਵੀ ਅਸੀਂ ਮਾਰਕੀਟ ਜਾਈਏ ਤਾਂ ਅਸੀਂ ਆਪਣੇ ਘਰ ਤੋਂ ਕੱਪੜੇ ਦੇ ਬਣੇ ਹੋਏ ਥੈਲੇ ਝੋਲੇ ਜ਼ਰੂਰ ਲੈ ਕੇ ਜਾਈਏ ਤਾਂ ਜੋ ਪੋਲੀਥੀਨ ਦੀ ਜਿਹੜੀ ਵਰਤੋਂ ਨੂੰ ਅਸੀਂ ਜਿੰਨਾ ਹੋ ਸਕੇ ਓਨਾ ਘੱਟ ਕਰ ਸਕੀਏ। ਸੋ ਆਓ ਅਸੀਂ ਅੱਜ ਇਸ ਚੈਪਟਰ ਨਾਲ ਸੰਬੰਧਿਤ ਜਿਹੜੇ MCQ ਨੇ ਉਹ ਪੜ੍ਹਦੇ ਹਾਂ। ਪਹਿਲਾ ਹੈ ਕਿ ਲਿਫਾਫੇ ਪਾਠ ਦੇ ਲੇਖਕ ਦਾ ਕੀ ਨਾਮ ਸੀ ਜਾਂ ਕੀ ਨਾਮ ਹੈ। ਉੱਤਰ ਹੈ ਸ੍ਰੀ ਰਮੇਸ਼ ਭਾਰਤੀ ਜੀ। ਸੋ ਜੋ ਸ੍ਰੀ ਰਮੇਸ਼ ਭਾਰਤੀ ਜੀ ਹਨ ਉਹਨਾਂ ਨੇ ਇਹ ਚੈਪਟਰ ਨੂੰ ਲਿਖਿਆ ਹੈ, ਇਸ ਲੇਖ ਨੂੰ ਲਿਖਿਆ ਹੈ। ਸਵਾਲ ਨੰਬਰ 2 ਬੱਚੇ ਸਕੂਲ ਤੋਂ ਬਾਹਰ ਕੀ ਕਰਨ ਗਏ ਸਨ। ਉੱਤਰ ਹੈ ਪਲਾਸਟਿਕ ਦੇ ਲਿਫਾਫੇ ਇਕੱਠੇ ਕਰਨ। ਸੋ ਜੇ ਅਸੀਂ ਕਹੀਏ ਕਿ ਪਿੰਡ ਦੀ ਸਫਾਈ ਵੀ ਬੱਚੇ ਕਰਕੇ ਆਏ ਨੇ ਅਤੇ ਉੱਥੇ ਜੋ ਪਲਾਸਟਿਕ ਦੇ ਲਿਫਾਫੇ ਇੱਧਰ ਉੱਧਰ ਬਿਖਰੇ ਪਏ ਸਨ ਉਹਨਾਂ ਨੂੰ ਇਕੱਠੇ ਕਰਨ ਗਏ ਸਨ। ਜੋ ਬੱਚੇ ਸਕੂਲ ਵੱਲੋਂ ਉਹਨਾਂ ਨੂੰ ਪ੍ਰੇਰਿਤ ਕੀਤਾ ਗਿਆ ਸੀ ਕਿ ਵਾਤਾਵਰਨ ਨੂੰ ਕਿੱਦਾਂ ਸਾਫ ਸੁਥਰਾ ਰੱਖਿਆ ਜਾ ਸਕਦਾ ਹੈ। ਸਵਾਲ ਨੰਬਰ 3 ਬੱਚਿਆਂ ਨੇ ਆਲੇ ਦੁਆਲੇ ਲਈ ਕੀ ਕੀਤਾ। ਉੱਤਰ ਹੈ ਆਲੇ ਦੁਆਲੇ ਦੀ ਸਫਾਈ ਕੀਤੀ। ਕੂੜੇ ਕਰਕਟ ਵਾਲੇ ਲਿਫਾਫੇ ਕੌਣ ਖਾ ਜਾਂਦੇ ਹਨ। ਉੱਤਰ ਹੈ ਅਵਾਰਾ ਪਸ਼ੂ। ਜੋ ਬੇਟਾ ਅਸੀਂ ਕੂੜਾ ਕਰਕਟ ਲਿਫਾਫਿਆਂ ਵਿੱਚ ਪਾ ਕੇ ਬੰਨ੍ਹ ਕੇ ਸੁੱਟ ਦਿੰਦੇ ਹਾਂ ਫਿਰ ਉਹ ਜਿਹੜੇ ਅਵਾਰਾ ਪਸ਼ੂ ਗਊਆਂ ਜੋ ਵੀ ਅਵਾਰਾ ਪਸ਼ੂ ਫਿਰਦੇ ਹਨ ਉਹ ਉਹਨਾਂ ਨੂੰ ਖਾ ਜਾਂਦੇ ਹਨ ਅਤੇ ਬਿਮਾਰ ਪੈ ਜਾਂਦੇ ਹਨ ਅਤੇ ਕਈ ਵਾਰ ਉਹਨਾਂ ਦੀ ਮੌਤ ਹੋ ਜਾਂਦੀ ਹੈ ਅਤੇ ਉਹ ਉੱਥੇ ਹੀ ਮਰ ਜਾਂਦੇ ਹਨ ਅਤੇ ਉਹਨਾਂ ਨਾਲ ਫਿਰ ਜੋ ਵਾਤਾਵਰਨ ਦੇ ਵਿੱਚ ਇੱਕ ਬਦਬੂ ਇੱਕ ਗਲਨ ਸੜਨ ਪੈਦਾ ਹੁੰਦੀ ਹੈ। ਵਾਤਾਵਰਨ ਨੂੰ ਪ੍ਰਦੂਸ਼ਿਤ ਕੌਣ ਕਰ ਰਿਹਾ ਹੈ। ਉੱਤਰ ਹੈ ਮਨੁੱਖ ਅਤੇ ਲਿਫਾਫੇ। ਸੋ ਬੇਟਾ ਲਿਫਾਫੇ ਇੱਥੇ ਇੱਕ
ਫੈਕਟਰ ਦੇ ਤੌਰ 'ਤੇ ਵਰਤਿਆ ਗਿਆ। ਬਹੁਤ ਸਾਰੀਆਂ ਚੀਜ਼ਾਂ ਨੇ, ਬਹੁਤ ਸਾਰੀਆਂ ਫੈਕਟਰੀਆਂ, ਬਹੁਤ ਸਾਰੀਆਂ ਗੱਡੀਆਂ, ਵਹੀਕਲ ਜੋ ਅਸੀਂ ਵਰਤਦੇ ਹਾਂ, ਕਾਰਖਾਨੇ, ਇਹ ਸਾਰੇ ਹੀ ਪ੍ਰਦੂਸ਼ਣ ਕਰ ਰਹੇ ਨੇ ਮਨੁੱਖ ਨੂੰ, ਆਪਣੀ ਪ੍ਰਕਿਰਤੀ ਨੂੰ। ਸੋ ਜੇ ਅਸੀਂ ਮਨੁੱਖ ਨੂੰ ਇਹਦਾ ਵਿੱਚ ਦੋਸ਼ੀ ਠਹਿਰਾਉਣਾ ਹੋਵੇ ਤਾਂ ਬੇਟਾ ਇਹ ਜਿਹੜੀਆਂ ਫੈਕਟਰੀਆਂ ਨੇ, ਕਾਰਖਾਨੇ ਨੇ, ਵਹੀਕਲ ਨੇ, ਖਾ ਕੇ ਜਿਹੜਾ ਲਿਫਾਫੇ ਸੁੱਟਦਾ ਹੈ ਉਹ ਕੌਣ ਹੈ? ਸੋ ਉਹ ਹੈ ਮਨੁੱਖ। ਸੋ ਜੇਕਰ ਅਸੀਂ ਓਵਰਆਲ ਕਹਿਣਾ ਹੋਵੇ ਕਿ ਵਾਤਾਵਰਨ ਨੂੰ ਪ੍ਰਦੂਸ਼ਿਤ ਕੌਣ ਕਰ ਰਿਹਾ ਹੈ ਤਾਂ ਉਹ ਮਨੁੱਖ ਕਰ ਰਿਹਾ ਹੈ। ਇਸੇ ਚੈਪਟਰ ਦੇ ਆਧਾਰ 'ਤੇ ਅਸੀਂ ਕਹਾਂਗੇ ਜਿਹੜੇ ਪਲਾਸਟਿਕ ਦੇ ਲਿਫਾਫੇ ਨੇ ਉਹ ਵੀ ਬਹੁਤ ਵੱਡੀ ਮਾਤਰਾ ਦੇ ਵਿੱਚ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਹੇ ਹਨ। ਸਵਾਲ ਨੰਬਰ 6, ਲਿਫਾਫੇ ਧਰਤੀ, ਹਵਾ ਅਤੇ ਡੈਸ਼ ਨੂੰ ਵੀ ਪ੍ਰਦੂਸ਼ਿਤ ਕਰਦੇ ਹਨ। ਉੱਤਰ ਹੈ ਪਾਣੀ ਨੂੰ। ਜਿਹੜੇ ਲਿਫਾਫੇ ਹਨ ਇਹ ਧਰਤੀ ਨੂੰ, ਹਵਾ ਨੂੰ ਅਤੇ ਪਾਣੀ ਨੂੰ ਪ੍ਰਦੂਸ਼ਿਤ ਕਰ ਰਹੇ ਹਨ। ਸੋ ਪਾਣੀ ਪ੍ਰਦੂਸ਼ਣ ਦੇ ਵਿੱਚ ਬੇਟਾ ਅਸੀਂ ਦੇਖੀਏ ਕਿ ਨਾਲੀਆਂ ਦੇ ਵਿੱਚ ਜਦੋਂ ਆ ਜਾਂਦੇ ਨੇ ਰੁਕ ਜਾਂਦੇ ਨੇ, ਬਲੋਕੇਜ ਹੋ ਜਾਂਦੀ ਆ। ਅਤੇ ਦੂਸਰੀ ਗੱਲ ਕਹੀਏ ਕਿ ਜਦੋਂ ਇਹ ਪਲਾਸਟਿਕ ਦੇ ਪੋਲੀਥੀਨ ਨਾਲਿਆਂ ਰਾਹੀਂ ਹੁੰਦੇ ਹੋਏ ਇੱਕ ਉਹ ਪਾਣੀ ਦੇ ਵਿੱਚ ਰਲ ਜਾਂਦੇ ਨੇ ਜਿੱਥੇ ਬਹੁਤ ਸਾਰੀਆਂ ਮੱਛੀਆਂ, ਬਹੁਤ ਸਾਰੇ ਜੀਵ ਰਹਿੰਦੇ ਨੇ, ਤਾਂ ਉੱਥੇ ਉਹ ਭੁਲੇਖੇ ਨਾਲ ਇਹਨਾਂ ਲਿਫਾਫਿਆਂ ਨੂੰ ਖਾ ਜਾਂਦੇ ਨੇ। ਉਹਨਾਂ ਦੇ ਪੇਟ 'ਚ ਜਾਣ ਕਰਕੇ ਉਹਨਾਂ ਦੀ ਮੌਤ ਹੋ ਜਾਂਦੀ ਆ ਅਤੇ ਉਹਨਾਂ ਦੀ ਗਲਣ ਸੜਨ ਨਾਲ ਵੀ ਜਿਹੜਾ ਪਾਣੀ ਉਹ ਪ੍ਰਦੂਸ਼ਿਤ ਹੁੰਦਾ ਹੈ। ਸੋ ਸਵਾਲ ਨੰਬਰ 7, ਲਿਫਾਫੇ ਧਰਤੀ ਦੀ ਡੈਸ਼ ਸ਼ਕਤੀ ਨੂੰ ਘੱਟ ਕਰਦੇ ਹਨ। ਉੱਤਰ ਹੈ ਉਪਜਾਊ ਸ਼ਕਤੀ। ਸੋ ਬੇਟਾ ਜਿੱਥੇ ਧਰਤੀ ਦੇ ਉੱਪਰ ਇਹ ਡਿੱਗ ਕੇ ਉੱਪਰ ਇਹਨਾਂ ਦੇ ਮਿੱਟੀ ਪੈ ਜਾਂਦੀ ਹੈ ਅਤੇ ਬੇਟਾ ਇਹ ਗਲਦੇ ਸੜਦੇ ਨਹੀਂ ਕਈ ਸਾਲਾਂ ਤੱਕ। ਸੋ ਇਸ ਕਰਕੇ ਜਿਹੜੀ ਧਰਤੀ ਦੀ ਉਪਜਾਊ ਸ਼ਕਤੀ ਆ ਉਹ ਵੀ ਇਹਨਾਂ ਲਿਫਾਫਿਆਂ ਕਰਕੇ ਬਹੁਤ ਜ਼ਿਆਦਾ ਘੱਟ ਜਾਂਦੀ ਹੈ, ਜਿੱਥੇ ਇਸ ਤਰ੍ਹਾਂ ਦੇ ਪਲਾਸਟਿਕ ਦੇ ਲਿਫਾਫੇ ਧਰਤੀ ਦੇ ਨੀਚੇ ਡਿੱਗ ਜਾਂਦੇ ਹਨ ਜਾਂ ਦੱਬੇ ਹੁੰਦੇ ਹਨ। ਸੋ ਅਗਲਾ ਜਿਹੜਾ ਸਵਾਲ ਹੈ ਉਹ ਹੈ ਕਿ ਬੱਚਿਆਂ ਦੇ ਦਾਦਾ ਜੀ ਦਾ ਕੀ ਨਾਮ ਸੀ? ਉੱਤਰ ਹੈ ਕਾਹਨ ਸਿੰਘ। ਕੱਕੇ ਨੂੰ ਕੰਨਾ, ਹਾਹਾ ਨੰਨਾ, ਕਾਹਨ ਸਿੰਘ। ਸਰਕਾਰ ਲਿਫਾਫਿਆਂ ਲਈ ਕੀ ਕਰ ਰਹੀ ਹੈ? ਉੱਤਰ ਹੈ ਇਹਨਾਂ 'ਤੇ ਪਾਬੰਦੀ ਲਾ ਰਹੀ ਹੈ। ਸੋ ਕਈ ਥਾਵਾਂ 'ਤੇ ਸਰਕਾਰ ਨੇ ਇਹਨਾਂ ਪਲਾਸਟਿਕ ਦੇ ਲਿਫਾਫਿਆਂ ਉੱਪਰ ਪਾਬੰਦੀ ਲਗਾ ਵੀ ਦਿੱਤੀ ਹੈ। ਸੋ ਜਿਹੜੇ ਵਧੀਆ ਵੱਡਾ ਸੈਰ ਸਪਾਟੇ ਵਾਲੇ ਸਥਾਨ ਨੇ, ਜਿਵੇਂ ਪਹਾੜੀ ਇਲਾਕੇ ਨੇ, ਉੱਥੇ ਬਹੁਤ ਥਾਵਾਂ 'ਤੇ ਪਲਾਸਟਿਕ ਦੇ ਲਿਫਾਫਿਆਂ 'ਤੇ ਪੂਰਨ ਤੌਰ 'ਤੇ ਪਾਬੰਦੀ ਜਿਹੜੀ ਆ ਉਹ ਲਗਾ ਦਿੱਤੀ ਗਈ ਹੈ। ਸਵਾਲ ਨੰਬਰ 10, ਮਾਸਟਰ ਜੀ ਤੋਂ ਦਾਦਾ ਜੀ ਕਿਸ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਆਏ? ਉੱਤਰ ਹੈ ਵਾਤਾਵਰਨ ਬਾਰੇ। ਸੋ ਜੇਕਰ ਬੇਟਾ ਬਾਪੂ ਕਾਹਨ ਸਿੰਘ ਜੀ ਨੂੰ ਪਤਾ ਹੁੰਦਾ ਕਿ ਬੱਚੇ ਵਾਤਾਵਰਨ ਦੀ ਸਫਾਈ ਕਰ ਰਹੇ ਨੇ, ਆਲੇ ਦੁਆਲੇ ਦੀ ਸਫਾਈ ਕਰ ਰਹੇ ਨੇ, ਤਾਂ ਹੋ ਸਕਦਾ ਉਹ ਸਕੂਲ ਵਿੱਚ ਨਾ ਜਾਂਦੇ। ਸੋ ਜਦੋਂ ਉਹ ਗਏ, ਅਧਿਆਪਕਾਂ ਨੇ ਉਹਨਾਂ ਨੂੰ ਵਾਤਾਵਰਨ ਬਾਰੇ ਜਾਣਕਾਰੀ ਦਿੱਤੀ, ਦੱਸਿਆ ਕਿ ਕਿਵੇਂ ਜਿਹੜੇ ਪਲਾਸਟਿਕ ਦੇ ਲਿਫਾਫੇ ਨੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੇ ਹਨ। ਸੋ ਬੇਟਾ ਉਹ ਵਾਤਾਵਰਨ ਬਾਰੇ ਅਤੇ ਪਲਾਸਟਿਕ ਦੇ ਲਿਫਾਫਿਆਂ ਦੇ ਨੁਕਸਾਨ ਬਾਰੇ ਜਿਹੜੀ ਜਾਣਕਾਰੀ ਆ ਉਹ ਸਕੂਲ ਦੇ ਵਿੱਚੋਂ ਜਾ ਕੇ ਅਧਿਆਪਕਾਂ ਤੋਂ ਹਾਸਲ ਕਰਕੇ ਆਉਂਦੇ ਹਨ। ਸਵਾਲ ਨੰਬਰ 11, ਪਲਾਸਟਿਕ ਦੇ ਲਿਫਾਫਿਆਂ ਦੀ ਥਾਂ ਕਿਸ ਦੀ ਵਰਤੋਂ ਕਰਨੀ ਚਾਹੀਦੀ ਹੈ? ਆਪਾਂ ਉੱਪਰ ਪੜ੍ਹਿਆ ਹੈ ਝੋਲਿਆਂ ਦੀ, ਭਾਵ ਥੈਲਿਆਂ ਦੀ, ਕੱਪੜੇ ਤੋਂ ਬਣੇ ਹੋਏ ਝੋਲਿਆਂ ਦੀ ਜਿਹੜੀ ਸਾਨੂੰ ਥੈਲਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਸਵਾਲ ਨੰਬਰ 12, ਸਫਾਈ ਕਰਕੇ ਆ ਰਹੇ ਬੱਚਿਆਂ ਲਈ ਦਾਦਾ ਜੀ ਦੇ ਮੂੰਹੋਂ ਕਿਹੜੇ ਸ਼ਬਦ ਨਿਕਲੇ? ਜਦੋਂ ਉਹਨਾਂ ਨੇ ਬੱਚੇ ਦੇਖੇ ਕਿ ਸਫਾਈ ਕਰਕੇ ਉਹ ਸਕੂਲ ਵਾਪਸ ਪਰਤ ਰਹੇ ਹਨ ਤਾਂ ਉਹਨਾਂ ਨੇ ਕਿਹਾ, ਸ਼ਾਬਾਸ਼ ਮੁੰਡਿਓ, ਆਹ ਤਾਂ ਬੜੀ ਵੱਡੀ ਮੱਲ ਮਾਰੀ ਹੈ ਅੱਜ। ਸੋ ਬੇਟਾ ਉਹਨਾਂ ਨੇ ਕਿਹਾ ਕਿ ਵਾਹ ਵੀ ਵਾਹ ਮੁੰਡਿਓ, ਤੁਸੀਂ ਤਾਂ ਅੱਜ ਬਹੁਤ ਵਧੀਆ ਕੰਮ ਕਰਕੇ ਆਏ ਹੋ। ਸੋ ਉਹਨਾਂ ਨੇ ਸ਼ਾਬਾਸ਼ੇ ਕਿਹਾ ਉਹਨਾਂ ਬੱਚਿਆਂ ਨੂੰ ਜਿਨ੍ਹਾਂ 'ਤੇ ਉਹ ਗੁੱਸੇ ਹੋ ਰਹੇ ਸੀ ਵੀ ਇਹ ਬੱਚੇ ਕਿਉਂ ਸਾਡੇ ਪੜ੍ਹਾਈ ਨਹੀਂ ਕਰ ਰਹੇ ਅਤੇ ਇਹ ਲਿਫਾਫੇ ਕਿਉਂ ਚੁਗ ਰਹੇ ਹਨ। ਸੋ ਐਂਡ 'ਤੇ ਜਦੋਂ ਉਹਨੂੰ ਪਤਾ ਲੱਗਿਆ ਵੀ ਕੀ ਕੰਮ ਕਰਕੇ ਆਏ ਨੇ, ਫਿਰ ਉਹਨਾਂ ਨੇ ਬੱਚਿਆਂ ਨੂੰ ਸ਼ਾਬਾਸ਼ ਕਿਹਾ। ਸੋ ਅੱਗੇ ਬੇਟਾ ਅਸੀਂ ਗੱਲ ਕਰਦੇ ਹਾਂ 6 ਨੰਬਰ ਚੈਪਟਰ ਬਾਬਾ ਬੁੱਢਾ ਜੀ। ਸੋ ਬੇਟਾ ਜਿਵੇਂ ਅਸੀਂ ਪੜ੍ਹਿਆ ਕਿ ਇਹ ਇੱਕ ਛੋਟੇ ਜਿਹੇ ਬਾਲਕ ਦਾ ਨਾਮ ਸੀ ਬੂੜਾ। ਸੋ ਜਿਹੜੇ ਬੂੜੇ ਨਾਮ ਦਾ ਬਾਲਕ ਸੀ ਬੇਟਾ, ਛੋਟਾ ਹੁੰਦਾ ਬੜਾ ਨਿਰਾਸ਼ ਪਰੇਸ਼ਾਨ ਰਹਿੰਦਾ ਸੀ। ਉਹਦਾ ਕਾਰਨ ਸੀ ਕਿ ਉਸ ਨੂੰ ਡਰ ਰਹਿੰਦਾ ਸੀ ਕਿ ਮੈਨੂੰ ਮੌਤ ਨਾ ਆ ਜਾਵੇ। ਸੋ ਬੇਟਾ ਕਿਹਾ ਜਾਂਦਾ ਹੈ ਕਿ ਜਿਹੜੇ ਬਾਬਾ ਬੁੱਢਾ ਜੀ ਨੇ ਵੱਡੇ ਹੋ ਕੇ ਜਦੋਂ ਇਹਨਾਂ ਦਾ ਨਾਮ ਬਾਬਾ ਬੁੱਢਾ ਜੀ ਪੈਂਦਾ, ਕਿਹਾ ਜਾਂਦਾ ਕਿ ਛੋਟੇ ਹੁੰਦੇ ਨਾ ਗੁਰੂ ਨਾਨਕ ਪਾਤਸ਼ਾਹ ਜੀ ਇੱਕ ਸਥਾਨ 'ਤੇ ਰੁਕੇ ਅਤੇ ਇਹਨਾਂ ਕੋਲ ਗਊਆਂ ਦਾ ਬੱਗ ਚਰਾਇਆ ਕਰਦੇ ਸੀ ਬਾਬਾ ਬੁੱਢਾ ਜੀ। ਜਦੋਂ ਇਹਨਾਂ ਦਾ ਨਾਮ ਬੂੜਾ ਸੀ ਛੋਟੇ ਹੁੰਦੇ, ਤੋ ਗੁਰੂ ਜੀ ਪਾਸ ਦੁੱਧ ਲੈ ਕੇ ਗਏ ਅਤੇ ਆਪਣੇ ਮਨ ਦੇ ਸ਼ੰਕੇ ਰੱਖਣ ਲੱਗੇ ਕਿ ਗੁਰੂ ਜੀ ਮੈਂ ਇੱਕ ਵਾਰ ਨਾ ਲੱਕੜਾਂ ਨੂੰ ਅੱਗ ਲੱਗਦੀ ਦੇਖੀ। ਮੈਂ ਦੇਖਿਆ ਕਿ ਛੋਟੀਆਂ ਲੱਕੜਾਂ ਪਹਿਲਾਂ ਜਲ ਗਈਆਂ ਜਾਂ
ਉਹਨਾਂ ਨੂੰ ਅੱਗ ਚੜ੍ਹ ਗਈ ਅਤੇ ਵੱਡੀਆਂ ਲੱਕੜਾਂ ਬਹੁਤ ਲਾਸਟ 'ਤੇ ਜਾ ਕੇ ਮੱਚਦੀਆਂ ਨੇ ਜਾਂ ਮੱਚੀਆਂ। ਤਾਂ ਕਹਿੰਦਾ ਕਿ ਗੁਰੂ ਜੀ ਮੈਨੂੰ ਡਰ ਆ ਕਿ ਮੈਂ ਛੋਟਾ, ਕਿਤੇ ਮੈਨੂੰ ਮੌਤ ਪਹਿਲਾਂ ਤਾਂ ਨਹੀਂ ਆ ਜਾਊਗੀ, ਜਿਹੜੇ ਮੇਰੇ ਤੋਂ ਵੱਡੇ ਨੇ ਉਹ ਬਾਅਦ 'ਚ ਮਰਨ। ਅਤੇ ਗੁਰੂ ਪਾਤਸ਼ਾਹ ਜੀ ਮੁਸਕਰਾਉਣ ਲੱਗੇ ਅਤੇ ਕਹਿੰਦੇ ਭਾਈ ਤੂੰ ਤਾਂ ਬੁੱਢਿਆਂ ਵਾਲੀਆਂ ਗੱਲਾਂ ਕਰਦਾ ਹੈ, ਤੇਰਾ ਨਾਮ ਕੀ ਹੈ? ਅਤੇ ਕਹਿੰਦਾ ਜੀ ਬੂੜਾ। ਕਹਿੰਦੇ ਭਾਈ ਅੱਜ ਤੋਂ ਤੇਰਾ ਨਾਮ ਬੂੜਾ ਨਹੀਂ, ਤੇਰਾ ਨਾਮ ਬੁੱਢਾ ਹੈ। ਅਤੇ ਸੋ ਉਸ ਤੋਂ ਬਾਅਦ ਗੁਰੂ ਜੀ ਨੇ ਉਹਨਾਂ ਨੂੰ ਗੁਰਸਿੱਖੀ ਦੀ ਦਾਤ ਬਖਸ਼ੀ। ਅਤੇ ਬੇਟਾ ਬਾਬਾ ਬੁੱਢਾ ਜੀ ਉਹ ਵਿਦਵਾਨ ਹੋਏ ਹਨ ਜਿਨ੍ਹਾਂ ਨੇ ਪਹਿਲੇ ਗੁਰੂ ਤੋਂ ਲੈ ਕੇ 6ਵੇਂ ਗੁਰੂ ਤੱਕ ਦਾ ਜਿਹੜਾ ਜੀਵਨ ਕਾਲ ਉਹਨਾਂ ਨੇ ਜੀਆ, ਬੜੀ ਲੰਮੀ ਆਯੂ ਭੋਗ ਕੇ ਉਸ ਸੰਸਾਰ ਤੋਂ ਗਏ। ਬਾਬਾ ਬੁੱਢਾ ਜੀ ਨੂੰ ਬੇਟਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪਹਿਲਾ ਪ੍ਰਕਾਸ਼ ਆ ਉਹ ਪ੍ਰਕਾਸ਼ ਕਰਨ ਦਾ ਵੀ ਜਿਹੜਾ ਮਾਣ ਪ੍ਰਾਪਤ ਹੁੰਦਾ ਹੈ। ਬਾਬਾ ਬੁੱਢਾ ਜੀ ਨੇ ਬੇਟਾ ਦੂਸਰੇ ਗੁਰੂ ਸਾਹਿਬਾਨ ਤੋਂ ਲੈ ਕੇ ਜਿਹੜੇ ਸਾਡੇ 6ਵੇਂ ਗੁਰੂ ਪਾਤਸ਼ਾਹ ਨੇ, ਦੂਸਰੇ ਗੁਰੂ ਤੋਂ ਲੈ ਕੇ 6ਵੇਂ ਗੁਰੂ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦਾ ਜਿਹੜਾ ਤਿਲਕ ਲਗਾਇਆ। ਸੋ 6ਵੇਂ ਪਾਤਸ਼ਾਹ ਦੇ ਬੱਚਿਆਂ ਨੂੰ ਬਾਬਾ ਬੁੱਢਾ ਜੀ ਨੇ ਗੁਰਮਤਿ ਦੀ ਵਿੱਦਿਆ ਅਤੇ ਸ਼ਾਸਤਰ ਵਿੱਦਿਆ ਦਾ ਗਿਆਨ ਦਿੱਤਾ। ਸੋ ਮਾਤਾ ਗੰਗਾ ਜੀ ਇੱਕ ਵਾਰ ਬਾਬਾ ਬੁੱਢਾ ਜੀ ਨੂੰ ਜਦੋਂ ਮਿਲਣ ਗਏ ਤਾਂ ਬੜਾ ਰਾਮ ਲਸ਼ਕਰ ਲੈ ਕੇ ਗਏ, ਤਾਂ ਉਸ ਟਾਈਮ ਬਾਬਾ ਬੁੱਢਾ ਜੀ ਨੂੰ ਨਾ ਮਿਲੇ। ਅਤੇ ਜਦੋਂ ਮਾਤਾ ਜੀ ਨੇ ਆਪਣੇ ਹੱਥੀਂ ਚਟਣੀ ਕੁੱਟ ਕੇ ਮਿੱਸੀਆਂ ਰੋਟੀਆਂ ਪਕਾ ਕੇ ਬਾਬਾ ਬੁੱਢਾ ਜੀ ਨੂੰ ਮਿਲਣ ਗਏ ਤਾਂ ਬਾਬਾ ਬੁੱਢਾ ਜੀ ਉਹਨਾਂ ਨੂੰ ਮਿਲੇ ਅਤੇ ਉਹਨਾਂ ਨੇ ਇੱਕ ਪਿਆਜ਼ ਵੀ ਉਹਨਾਂ ਨੂੰ ਖਾਣ ਲਈ ਦਿੱਤਾ। ਅਤੇ ਉਹਨਾਂ ਨੇ ਮੁੱਕੀ ਮਾਰ ਕੇ ਪਿਆਜ਼ ਭੰਨਿਆ ਅਤੇ ਕਿਹਾ ਭਾਈ ਇਹ ਜਿਸ ਤਰ੍ਹਾਂ ਮੈਂ ਪਿਆਜ਼ ਭੰਨਿਆ ਆਪਦੇ ਘਰ ਇੱਕ ਸੂਰਬੀਰ ਬਲਵਾਨ ਪੁੱਤਰ ਜਨਮ ਲਵੇਗਾ, ਜਿਸ ਤਰ੍ਹਾਂ ਮੈਂ ਗੰਡਾ ਭੰਨਿਆ ਹੈ ਉਸੇ ਤਰ੍ਹਾਂ ਉਹ ਦੁਸ਼ਮਣਾਂ ਦੇ ਬੈਰੀਆਂ ਦੇ ਸਿਰ ਭੰਨਿਆ ਕਰੇਗਾ। ਸੋ ਬੇਟਾ ਜਿਹੜਾ ਬਾਬਾ ਬੁੱਢਾ ਜੀ ਹੋਏ ਨੇ ਉਹ ਜਿਵੇਂ ਅਸੀਂ ਕਹਿੰਦੇ ਹਾਂ ਕਿ ਸਿੱਖ ਧਰਮ ਦੇ ਵਿੱਚ ਗੁਰਬਾਣੀ ਲਿਖਣਾ ਵੱਡੀ ਗੱਲ ਹੈ ਅਤੇ ਗੁਰਬਾਣੀ ਨੂੰ ਪੜ੍ਹਨਾ ਉਸ ਤੋਂ ਵੱਡੀ ਗੱਲ ਹੈ। ਸੋ ਬਾਬਾ ਬੁੱਢਾ ਜੀ ਜਿਨ੍ਹਾਂ ਨੇ 6 ਪੀੜ੍ਹੀਆਂ ਤੱਕ ਗੁਰੂ ਸਾਹਿਬਾਨਾਂ ਦੇ ਦਰਸ਼ਨ ਕੀਤੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਹੈੱਡ ਗ੍ਰੰਥੀ ਹੋਣ ਦਾ ਮਾਣ ਬਾਬਾ ਬੁੱਢਾ ਜੀ ਨੂੰ ਪ੍ਰਾਪਤ ਹੈ। ਸੋ ਆਓ ਆਪਾਂ ਪੜ੍ਹਦੇ ਹਾਂ ਬਾਬਾ ਬੁੱਢਾ ਜੀ ਦੇ ਜੀਵਨ ਸੰਬੰਧੀ ਇਸ ਚੈਪਟਰ ਦੇ MCQs। ਸਵਾਲ ਨੰਬਰ 1, ਬਾਬਾ ਬੁੱਢਾ ਜੀ ਪਾਠ ਦੇ ਲੇਖਕ ਦਾ ਕੀ ਨਾਮ ਹੈ? ਉੱਤਰ ਹੈ ਪ੍ਰੋਫੈਸਰ ਜਗਦੀਸ਼ ਸਿੰਘ ਜੀ। ਅਗਲਾ ਸਵਾਲ ਹੈ ਕਿ ਇਹ ਪਾਠ ਕਿਹਨਾਂ ਬਾਰੇ ਜਾਣਕਾਰੀ ਦਿੰਦਾ ਹੈ? ਉੱਤਰ ਹੈ ਬਾਬਾ ਬੁੱਢਾ ਜੀ ਬਾਰੇ। ਬੂੜੇ ਨਾਂ ਦਾ ਬਾਲਕ ਕੀ ਕੰਮ ਕਰਦਾ ਸੀ? ਉੱਤਰ ਹੈ ਗਊਆਂ ਚਰਾਉਂਦਾ ਸੀ। ਚੱਚੇ ਦੇ ਉੱਪਰ ਐਦਿਕ ਰਾਰਾ ਪਾਇਆ ਹੋਇਆ ਬੇਟਾ, ਅਸੀਂ ਇਹਨੂੰ ਚੱਚਾ ਰਾਰੇ ਨੂੰ ਕਰਨਾ, ਊੜੇ ਨੂੰ ਔਂਕੜ ਉੱਪਰ ਬਿੰਦੀ ਦੱਦਾ ਵੀ ਪਾ ਸਕਦੇ ਹਾਂ। ਚਰਾਉਂਦਾ ਸੀ। ਸਵਾਲ ਨੰਬਰ 4, ਬੂੜੇ ਨੂੰ ਗਊਆਂ ਚਰਾਉਂਦੇ ਸਮੇਂ ਕਿਹੜੇ ਗੁਰੂ ਜੀ ਮਿਲੇ? ਉੱਤਰ ਹੈ ਸ੍ਰੀ ਗੁਰੂ ਨਾਨਕ ਦੇਵ ਜੀ। ਅਗਲਾ ਹੈ ਬੂੜੇ ਨੇ ਗੁਰੂ ਜੀ ਨੂੰ ਕੀ ਭੇਟ ਕੀਤਾ? ਭੇਟ ਤੋਂ ਭਾਵ ਬੇਟਾ ਉਹਨਾਂ ਨੇ ਜਦੋਂ ਨਾ ਉੱਥੇ ਮੱਝਾਂ ਅਤੇ ਗਊਆਂ ਦਾ ਬੱਗ ਚਰਾਇਆ ਕਰਦੇ ਸੀ, ਵੈਸੇ ਇਹਦੇ 'ਚ ਲਿਖਿਆ ਹੈ ਗਊਆਂ ਦਾ ਬੱਗ। ਸੋ ਉਹਨਾਂ ਨੇ ਗਊਆਂ ਦਾ ਦੁੱਧ ਚੋਇਆ ਗਰਮ ਕਰਕੇ ਗੁਰੂ ਜੀ ਨੂੰ ਭੇਟ ਕੀਤਾ ਪੀਣ ਲਈ। ਸੋ ਅਸੀਂ ਉੱਤਰ ਦੇਵਾਂਗੇ ਬੂੜੇ ਨੇ ਗੁਰੂ ਜੀ ਨੂੰ ਗਊਆਂ ਦਾ ਦੁੱਧ ਭੇਟ ਕੀਤਾ। ਅਗਲਾ ਹੈ ਕਿ ਬੂੜੇ ਨੂੰ ਕਿਸ ਦਾ ਡਰ ਪਰੇਸ਼ਾਨ ਕਰਦਾ ਸੀ? ਬੂੜਾ ਕਿਹੜੀ ਗੱਲੋਂ ਪਰੇਸ਼ਾਨ ਰਹਿੰਦਾ ਸੀ? ਉੱਤਰ ਹੈ ਮੌਤ ਦੇ ਡਰੋਂ, ਜਾਂ ਉਹਨਾਂ ਨੂੰ ਮੌਤ ਦਾ ਡਰ ਜਿਹੜਾ ਉਹ ਪਰੇਸ਼ਾਨ ਕਰਦਾ ਸੀ। ਬੂੜਾ ਕਿਸ ਉਮਰੇ ਮਰਨੋਂ ਡਰਦਾ ਸੀ? ਉੱਤਰ ਹੈ ਛੋਟੀ ਉਮਰੇ। ਜਿਵੇਂ ਕਿ ਉਹਨੂੰ ਡਰ ਸੀ ਕਿ ਜਿਵੇਂ ਛੋਟੀਆਂ ਲੱਕੜਾਂ ਪਹਿਲਾਂ ਫੂਕੀ ਜਾਂਦੀਆਂ ਹਨ ਕਿ ਕਿਤੇ ਮੈਂ ਛੋਟਾ ਹੁੰਦਾ ਤਾਂ ਨਹੀਂ ਮਰ ਜਾਵਾਂਗਾ, ਛੋਟੀ ਉਮਰੇ ਮਰਨ ਦਾ ਡਰ ਸੀ। ਗੁਰੂ ਨਾਨਕ ਦੇਵ ਜੀ ਨੇ ਬੂੜੇ ਨੂੰ ਕੀ ਕਹਿ ਕੇ ਬੁਲਾਇਆ? ਉੱਤਰ ਹੈ ਬੁੱਢਾ। ਬੁੱਢੇ ਤੋਂ ਭਾਵ ਹੈ ਕਿ ਭਾਈ ਤੂੰ ਬੂੜਾ ਹੋ ਕੇ ਨਹੀਂ, ਤੂੰ ਬੁੱਢਾ ਹੋ ਕੇ ਇਸ ਸੰਸਾਰ ਦੇ ਵਿੱਚੋਂ ਜਾਣਾ ਹੈ। ਗੁਰੂ ਜੀ ਨੇ ਉਹਨਾਂ ਨੂੰ ਬੁੱਢਾ ਕਹਿਣ ਦੇ ਨਾਲ ਹੀ ਲੰਮੀ ਆਯੂ ਦਾ ਜਿਹੜਾ ਸੀਗਾ ਆਸ਼ੀਰਵਾਦ ਦਿੱਤਾ। ਗੁਰੂ ਜੀ ਨੇ ਬੂੜੇ ਨੂੰ ਕਿਸ ਦੀ ਦਾਤ ਬਖਸ਼ੀ? ਉੱਤਰ ਹੈ ਗੁਰਸਿੱਖੀ ਦੀ ਦਾਤ। ਅਗਲਾ ਸਵਾਲ, ਗੁਰੂ ਜੀ ਨੇ ਬੂੜੇ ਦਾ ਨਾਂ ਕੀ ਰੱਖ ਦਿੱਤਾ? ਉੱਤਰ ਹੈ ਬਾਬਾ ਬੁੱਢਾ ਜੀ। ਅਗਲਾ ਸਵਾਲ, ਬਾਬਾ ਬੁੱਢਾ ਜੀ ਕਿਸ ਗੁਰੂ ਜੀ ਤੱਕ ਸੰਸਾਰ 'ਤੇ ਰਹੇ? ਉੱਤਰ ਹੈ ਪਹਿਲੇ ਗੁਰੂ ਜੀ ਤੋਂ ਲੈ ਕੇ 6ਵੇਂ ਗੁਰੂ ਜੀ ਤੱਕ। ਅਗਲਾ ਹੈ ਅੰਮ੍ਰਿਤਸਰ ਵਿਖੇ ਆਪ ਜੀ ਨੇ ਕੀ ਸੇਵਾ ਕੀਤੀ? ਸੋ ਬੇਟਾ ਇੱਥੇ ਕੱਕੇ ਨੂੰ ਸਿਹਾਰੀ ਨਹੀਂ ਪਾਉਣੀ, ਬਿਹਾਰੀ ਪਾਉਣੀ ਆ। ਕੀਤੀ, ਕੀ ਸੇਵਾ ਕੀਤੀ ਜਾਂ ਕੀ ਸੇਵਾ ਨਿਭਾਈ? ਉੱਤਰ ਹੈ ਮੁੱਖ ਗ੍ਰੰਥੀ ਦੀ।
ਜਾਂ ਪਹਿਲੇ ਹੈੱਡ ਗ੍ਰੰਥੀ ਦੀ ਜਾਂ ਪਹਿਲੇ ਗ੍ਰੰਥੀ ਦੀ। ਸੋ ਅਗਲਾ ਸਵਾਲ ਹੈ, ਆਪ ਨੇ ਗੁਰੂ ਹਰਗੋਬਿੰਦ ਜੀ ਨੂੰ ਕਿਸ ਦੀ ਸਿੱਖਿਆ ਦਿੱਤੀ? ਉੱਤਰ ਹੈ ਪੜ੍ਹਾਈ ਲਿਖਾਈ ਅਤੇ ਸ਼ਾਸਤਰ ਵਿੱਦਿਆ। ਪੜ੍ਹਾਈ ਲਿਖਾਈ ਬੇਟਾ ਜਿਵੇਂ ਆਪਾਂ ਗੁਰਮੁਖੀ ਪੜ੍ਹਦੇ ਹਾਂ ਉਸ ਤਰ੍ਹਾਂ ਪੜ੍ਹਾਈ ਲਿਖਾਈ। ਸ਼ਾਸਤਰ ਵਿੱਦਿਆ ਬੇਟਾ ਜਿਹੜੇ ਹਥਿਆਰ ਚਲਾਉਣੇ ਸਿਖਾਉਂਦੇ ਹਾਂ ਅਸੀਂ। ਅੱਗੇ ਹੈ, ਮਾਤਾ ਗੰਗਾ ਜੀ ਕਿਹੜੇ ਗੁਰੂ ਜੀ ਦੇ ਧਰਮ ਪਤਨੀ ਜੀ ਸਨ? ਉੱਤਰ ਹੈ ਸ੍ਰੀ ਗੁਰੂ ਅਰਜਨ ਦੇਵ ਜੀ। ਜਦੋਂ ਮਾਤਾ ਜੀ ਰਾਮ ਲਕਸ਼ਣ ਲੈ ਕੇ ਗਏ ਉੱਥੇ ਬਾਬਾ ਬੁੱਢਾ ਜੀ ਨੂੰ ਮਿਲਣ, ਤਾਂ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਕਿ ਭਾਈ ਜਿਹੜੇ ਇਸ ਤਰ੍ਹਾਂ ਦੇ ਸਾਧੂ ਫਕੀਰ ਲੋਕ ਹੁੰਦੇ ਨੇ ਉਹਨਾਂ ਕੋਲੇ ਇੱਦਾਂ ਚੜ੍ਹਾਈਆਂ ਕਰਕੇ ਨਹੀਂ ਜਾਈਦਾ, ਬੜੀ ਸ਼ਰਧਾ ਦੇ ਨਾਲ ਜਾਈਦਾ। ਅਤੇ ਫਿਰ ਮਾਤਾ ਗੰਗਾ ਜੀ ਉੱਥੇ ਉਹਨਾਂ ਕੋਲੇ ਆਪਣੇ ਹੱਥੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਗਏ ਸੀ। ਫਿਰ ਉਹਨਾਂ ਨੂੰ ਛੇਵੇਂ ਪਾਤਸ਼ਾਹ ਜਿਹੜੇ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੀ ਦਾਤ ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਨੂੰ ਦਿੱਤੀ ਸੀ ਕਿ ਆਪ ਜੀ ਦੇ ਘਰ ਭਾਈ ਇੱਕ ਬਲਵਾਨ ਪੁੱਤਰ ਜਨਮ ਲਏਗਾ। ਅਗਲਾ ਹੈ ਕਿ ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਨੂੰ ਕਿਹੜਾ ਵਰ ਦਿੱਤਾ? ਉੱਤਰ ਹੈ ਇੱਕ ਬਹਾਦਰ ਪੁੱਤਰ ਦਾ। ਫਿਰ ਬਾਬਾ ਬੁੱਢਾ ਜੀ ਨੇ ਕਿਹਾ ਸੀ ਕਿ ਭਾਈ ਜਿਵੇਂ ਮੈਂ ਇਹ ਗੰਡਾ ਭੰਨਿਆ ਉਵੇਂ ਇੱਕ ਬਹਾਦਰ ਪੁੱਤਰ ਆਪਦੇ ਘਰੇ ਜਨਮ ਲਊਗਾ, ਉਹ ਵੀ ਬੈਰੀਆਂ ਦੇ ਸਿਰ ਇਸੇ ਤਰ੍ਹਾਂ ਭੰਨੇਗਾ ਜਿਸ ਤਰ੍ਹਾਂ ਮੈਂ ਗੰਡਾ ਭੰਨਿਆ ਹੈ। ਬਹਾਦਰ ਪੁੱਤਰ ਜ਼ਾਲਮਾਂ ਦੇ ਸਿਰ ਕਿਸ ਵਾਂਗ ਭੰਨੇਗਾ? ਉਹਨਾਂ ਨੇ ਜੋ ਵਰ ਦਿੱਤਾ ਸੀ ਗੰਡਿਆਂ ਵਾਂਗ। ਕਹਿੰਦੇ ਜਿਵੇਂ ਮੈਂ ਗੰਡਾ ਭੰਨਿਆ ਇਸ ਗੰਡੇ ਦੀ ਤਰ੍ਹਾਂ ਉਹ ਦੁਸ਼ਮਣਾਂ ਦੇ ਸਿਰ ਭੰਨੇਗਾ। ਸਵਾਲ ਨੰਬਰ 17, ਬਾਬਾ ਬੁੱਢਾ ਜੀ ਕਿੰਨੀ ਉਮਰ ਭੋਗ ਕੇ ਸੰਸਾਰ ਵਿੱਚੋਂ ਗਏ? ਸੋ ਬੇਟਾ ਕਿਹਾ ਜਾਂਦਾ ਹੈ ਇਸ ਪਾਠ ਦੇ ਆਧਾਰ 'ਤੇ ਕਿ ਲਗਭਗ 100 ਵਰੇ ਦੀ ਜਿਹੜੀ ਆਜੂ ਸੀਗੀ ਬਾਬਾ ਬੁੱਢਾ ਜੀ ਦੀ ਉਹਨਾਂ ਨੇ ਭੋਗੀ। ਸੋ ਬੇਟਾ ਅੱਗੇ ਜਿਹੜੀ ਆਪਣੇ ਕਵਿਤਾ ਹੈ ਉਹਦਾ ਨਾਮ ਹੈ ਬਸੰਤ। ਸੋ ਬੇਟਾ ਜਿਹੜੀ ਬਸੰਤ ਰਿਤੂ ਹੁੰਦੀ ਹੈ, ਬਸੰਤ ਬੜੀ ਸੁਹਾਵਣੀ ਰੁੱਤ ਹੁੰਦੀ ਹੈ। ਬਸੰਤ ਦੇ ਵਿੱਚ ਆਲੇ ਦੁਆਲੇ ਜੋ ਹਰੇ ਪੀਲੇ ਫੁੱਲ ਖਿੜ ਆਉਂਦੇ ਹਨ। ਸੋ ਜਿਹੜੇ ਪੱਤੇ ਨੇ ਉਹ ਨਵੇਂ ਪੁੰਗਰਦੇ ਨੇ, ਟਾਹਣੀਆਂ ਉੱਪਰ ਨਵੀਆਂ ਡੋਡੀਆਂ ਲੱਗਦੀਆਂ ਹਨ ਅਤੇ ਡੋਡੀਆਂ ਤੋਂ ਪੱਤਿਆਂ ਦੇ ਨਾਲ ਹੀ ਜਿਹੜੇ ਨਵੇਂ ਡੋਡੀਆਂ ਪੁੰਗਰਦੀਆਂ ਨੇ ਫੁੱਲਾਂ ਵਾਲੀਆਂ। ਸੋ ਨਵੇਂ ਜਿਹੜੇ ਫੁੱਲ ਨੇ ਉਹ ਟਹਿਣੀਆਂ 'ਤੇ ਲੱਗਦੇ ਨੇ। ਸੋ ਚਾਰੇ ਪਾਸੇ ਜਿਹੜੀ ਹਰਿਆਲੀ ਹੁੰਦੀ ਹੈ, ਇੱਕ ਤਰ੍ਹਾਂ ਦੀ ਜਿਹੜੀ ਨਵੀਂ ਜੀਵਨ ਲੀਲਾ ਉਹ ਜਿਹੜੇ ਰੁੱਖ ਨੇ ਉਹ ਸ਼ੁਰੂ ਕਰਦੇ ਨੇ। ਸੋ ਜਿਹੜੀ ਬਸੰਤ ਰਿਤੂ ਆ ਬੜੀ ਸੁਹਾਵਣੀ ਰੁੱਤ ਹੈ। ਸੋ ਇਸ ਰੁੱਤ ਦੇ ਵਿੱਚ ਜਿਹੜੇ ਪੰਛੀ ਨੇ ਉਹ ਬਸੰਤ ਅਤੇ ਹਿਡੋਲ ਰਾਗ ਗਾਉਂਦੇ ਨੇ ਅਤੇ ਪ੍ਰਕਿਰਤੀ ਦੇ ਵਿੱਚ ਵੰਨ ਸੁਵੰਨਤਾ ਹੁੰਦੀ ਹੈ, ਆਲਾ ਦੁਆਲਾ ਹਰਿਆ ਭਰਿਆ ਹੋ ਜਾਂਦਾ ਹੈ। ਸੋ ਆਓ ਪੜ੍ਹਦੇ ਹਾਂ ਬਸੰਤ ਚੈਪਟਰ ਨਾਲ ਸੰਬੰਧਿਤ ਆਪ ਜੀ ਦੇ MCQ ਕਿ ਬਸੰਤ ਕਵਿਤਾ ਦੇ ਲੇਖਕ ਦਾ ਕੀ ਨਾਮ ਹੈ? ਉੱਤਰ ਹੈ ਸ਼੍ਰੀ ਧਨੀ ਰਾਮ ਚਾਤ੍ਰਿਕ ਜੀ। ਸੋ ਇਹਨਾਂ ਦੇ ਲਿਖਣ ਵਾਲੇ ਜਿਹੜੇ ਕਵੀ ਨੇ ਉਹਨਾਂ ਦਾ ਨਾਮ ਹੈ ਸ਼੍ਰੀ ਧਨੀ ਰਾਮ ਚਾਤ੍ਰਿਕ ਜੀ। ਅਗਲਾ ਹੈ 2 ਨੰਬਰ ਸਵਾਲ ਕਿ ਬਸੰਤ ਰੁੱਤ ਵਿੱਚ ਰੁੱਖਾਂ ਵਿੱਚ ਕੀ ਤਬਦੀਲੀ ਆਉਂਦੀ ਹੈ? ਰੁੱਖਾਂ ਦੇ ਉੱਪਰ ਬੇਟਾ ਬਿੰਦੀ ਪਾ ਲੈਣੀ ਹੈ। ਕੀ ਚੇਂਜਿਸ ਆਉਂਦੀਆਂ ਨੇ ਰੁੱਖਾਂ 'ਚ? ਡਾਲੀਆਂ ਪੁੰਗਰ ਕੇ ਨਵੇਂ ਪੱਤੇ ਆ ਜਾਂਦੇ ਹਨ। ਜਿਹੜੀਆਂ ਡਾਲੀਆਂ ਨੇ ਬੇਟਾ ਉਹਨਾਂ ਦੇ ਉੱਪਰ ਨਵੇਂ ਪੱਤੇ ਪੁੰਗਰ ਆਉਂਦੇ ਨੇ, ਭਾਵ ਕਿ ਰੁੱਖਾਂ ਦੇ ਹਰੇ ਪੱਤੇ ਜਿਹੜੇ ਉਹ ਉੱਗਣੇ ਸ਼ੁਰੂ ਹੋ ਜਾਂਦੇ ਹਨ ਬਸੰਤ ਰਿਤੂ ਵਿੱਚ। ਸਵਾਲ ਨੰਬਰ 3, ਕਿਹੜੇ ਫੁੱਲਾਂ ਉੱਤੇ ਲਾਲੀਆਂ ਆਉਂਦੀਆਂ ਹਨ? ਉੱਤਰ ਹੈ ਕੇਸਰ ਅਤੇ ਗੁਲਾਬ। ਸੋ ਬੇਟਾ ਕੇਸਰ ਅਤੇ ਗੁਲਾਬ ਦੇ ਜਿਹੜੇ ਫੁੱਲ ਨੇ ਉਹਨਾਂ ਦੇ ਉੱਪਰ ਲਾਲੀਆਂ ਭਮਕਣ ਲੱਗਦੀਆਂ ਹਨ ਬਸੰਤ ਰਿਤੂ ਵਿੱਚ। ਸੋ ਅਗਲਾ ਹੈ 4 ਨੰਬਰ, ਫੁੱਲਾਂ ਤੋਂ ਸਦਕੇ ਕਿਹੜਾ ਪੰਛੀ ਜਾਂਦਾ ਹੈ? ਸੋ ਉਹ ਪੰਛੀ ਹੈ ਬੁਲਬੁਲ। ਸੋ ਫੁੱਲਾਂ ਤੋਂ ਸਦਕੇ ਜਾਂਦੀ ਹੈ, ਖੁਸ਼ੀ ਮਨਾਉਂਦਾ ਹੈ, ਉਹ ਪੰਛੀ ਦਾ ਨਾਮ ਹੈ ਬੁਲਬੁਲ। ਪੰਛੀ ਕਿਹੜਾ ਰਾਗ ਗਾਉਂਦੇ ਹਨ? ਉੱਤਰ ਹੈ ਹਿਡੋਲ ਅਤੇ ਬਸੰਤ ਰਾਗ। ਜਿਹੜੇ ਪੰਛੀ ਨੇ ਬੇਟਾ ਉਹ ਹਿਡੋਲ ਅਤੇ ਬਸੰਤ ਰਾਗ ਗਾਉਂਦੇ ਹਨ, ਖੁਸ਼ੀ ਦੇ ਗੀਤ ਗਾਉਂਦੇ ਹਨ ਇਹਨਾਂ ਸੁਰਾਂ ਦੇ ਵਿੱਚ, ਧੁਨਾਂ ਦੇ ਵਿੱਚ। 6 ਨੰਬਰ ਸਵਾਲ ਹੈ ਕਿ ਬਸੰਤ ਕੌਰ ਨੇ ਕਿਹੜੇ ਰੰਗ ਦਾ ਦੁਪੱਟਾ ਪਹਿਨਿਆ ਹੈ? ਉੱਤਰ ਹੈ ਕੇਸਰੀ ਰੰਗ। ਸੋ ਬੇਟਾ ਕੇਸਰੀ ਰੰਗ ਜਿਹੜਾ ਸਾਡੇ ਤਿਰੰਗੇ ਝੰਡੇ ਦੇ ਵਿੱਚ ਹੈ, ਕੁਰਬਾਨੀ ਵਾਲਾ ਰੰਗ। ਇਹਨੂੰ ਬੇਟਾ ਆਪਾਂ ਹੀ ਕੰਟੀਨਿਊ ਪੜ੍ਹਦੇ ਹਾਂ। ਹਾਂਜੀ ਬੇਟਾ 7 ਨੰਬਰ ਜਿਹੜਾ ਸਵਾਲ ਹੈ ਉਹ ਹੈ ਕਿ ਬਸੰਤ ਕੌਰ ਕਿਹੜੇ ਨੈਣਾਂ ਵਿੱਚੋਂ ਗੁਲਾਲੀਆਂ ਸੁੱਟ ਰਹੀ ਸੀ ਜਾਂ ਸੁੱਟ ਰਹੀ ਹੈ? ਉੱਤਰ ਹੈ ਡੋਰੇਦਾਰ ਨੈਣਾਂ ਵਿੱਚੋਂ ਜਾਂ ਡੋਰੇਦਾਰ ਨੈਣ, ਜਿਨ੍ਹਾਂ ਵਿੱਚੋਂ ਉਹ
ਗੁਲਾਲੀਆਂ ਸੁੱਟ ਰਹੀ ਸੀ ਜਾਂ ਸੁੱਟ ਰਹੀ ਹੈ। ਬਸੰਤ ਰੁੱਤ ਵਿੱਚ ਲੋਕ ਕਿਹੜਾ ਰੰਗ ਪਹਿਨਦੇ ਹਨ? ਉੱਤਰ ਹੈ ਕੇਸਰੀ। ਸੋ ਬੇਟਾ ਇਹਦੀ ਭੌਂ ਪੀਲੀ ਹੁੰਦੀ ਆ, ਅਸੀਂ ਪੀਲਾ ਰੰਗ ਵੀ ਕਹਿ ਸਕਦੇ ਹਾਂ, ਕੇਸਰੀ ਰੰਗ ਜ਼ਿਆਦਾ ਸੂਟੇਬਲ ਰਹੇਗਾ। ਸੋ ਅਗਲਾ ਬੇਟਾ ਹੈਗਾ ਚੈਪਟਰ ਨੰਬਰ 8, ਉਹ ਹੈ ਕਿ ਸਾਰਾ ਜੱਗ ਨਹੀਂ ਜਿੱਤਿਆ ਜਾਂਦਾ। ਸੋ ਬੇਟਾ ਇਹ ਇੱਕ ਮੋਟੀਵੇਸ਼ਨਲ ਕਹਾਣੀ ਹੈ ਕਿ ਜਿਵੇਂ ਅਸੀਂ ਲੋਕਾਂ ਨੂੰ ਖੁਸ਼ ਕਰਨ ਦੇ ਚੱਕਰਾਂ ਦੇ ਵਿੱਚ ਆਪਣਾ ਨੁਕਸਾਨ ਕਰਾ ਲੈਂਦੇ ਹਾਂ। ਸੋ ਬੇਟਾ ਇੱਕ ਵਾਰ ਦੀ ਗੱਲ ਹੈ ਕਿ ਕਿਸਾਨ ਹੁੰਦਾ, ਬੜਾ ਗਰੀਬ ਹੁੰਦਾ, ਉਹਦੇ ਘਰ ਇੱਕ ਖੋਤਾ ਰੱਖਿਆ ਹੁੰਦਾ ਅਤੇ ਉਸ ਖੋਤੇ ਨੂੰ ਬੇਟਾ ਮਾਰਕੀਟ ਦੇ ਵਿੱਚ ਸੋਚਦਾ ਕਿ ਵੇਚ ਆਉਂਦੇ ਹਾਂ, 2 ਪੈਸੇ ਵੱਟ ਲਵਾਂਗੇ, ਆਪਣੇ ਘਰ ਦਾ ਗੁਜ਼ਾਰਾ ਕਰ ਲਾਂਗੇ। ਸੋ ਬੇਟਾ ਉਹ ਆਪਣੇ 9-10 ਸਾਲਾਂ ਦੇ ਬੱਚੇ ਨੂੰ ਨਾਲ ਲੈ ਕੇ ਖੋਤੇ ਨੂੰ ਜਦੋਂ ਵੇਚਣ ਜਾਂਦਾ ਹੈ ਤਾਂ ਰਸਤੇ ਦੇ ਵਿੱਚ ਉਹ ਤੁਰੇ ਜਾਂਦੇ ਨੇ ਅਤੇ ਕੁੜੀਆਂ ਆਉਂਦੀਆਂ ਨੇ, ਦੇਖ ਕੇ ਹੱਸਦੀਆਂ ਨੇ ਕਿ ਇਹਨਾਂ ਕੋਲ ਖੋਤਾ ਚੰਗਾ ਭਲਾ ਅਤੇ ਇਹ ਤੁਰੇ ਜਾ ਰਹੇ ਨੇ। ਅਤੇ ਉਹ ਇਹ ਸੋਚਦਾ ਕਿ ਚਲੋ ਇਹਨਾਂ ਨੇ ਮਜ਼ਾਕ ਕੀਤਾ, ਕੁੜੀਆਂ ਨੇ, ਸਾਨੂੰ ਖੋਤੇ 'ਤੇ ਬੈਠ ਜਾਣਾ ਚਾਹੀਦਾ। ਸੋ ਬੇਟਾ ਉਹ ਫਿਰ ਜਿਹੜਾ ਆਪ ਉਸ ਬੱਚੇ ਨੂੰ ਕਹਿੰਦਾ ਕਿ ਬੇਟਾ ਤੂੰ ਖੋਤੇ 'ਤੇ ਬੈਠ ਜਾ। ਅਤੇ ਜਦੋਂ ਬੇਟਾ ਖੋਤੇ 'ਤੇ ਬੈਠ ਕੇ ਅੱਗੇ ਜਾਂਦਾ ਤਾਂ ਫਿਰ ਦੇਖਦਾ ਕਿ ਕੁਝ ਰਾਹ 'ਚੋਂ ਰਾਹਗੀਰ ਮੁਸਾਫਰ ਆਉਂਦੇ ਨੇ। ਉਹ ਮੁੰਡੇ ਨੂੰ ਕਹਿੰਦੇ ਤੇ ਆਪ ਹੱਟਾ ਕੱਟਾ ਨੌਜਵਾਨ ਮੁੰਡਾ ਅਤੇ ਤੇਰਾ ਪਿਤਾ ਇਹਦੇ ਉੱਪਰ ਤੁਰਿਆ ਜਾ ਰਿਹਾ। ਤਾਂ ਉਹਨਾਂ ਦੀ ਗੱਲ ਸੁਣਨ ਤੋਂ ਬਾਅਦ ਉਹ ਸੋਚਦਾ ਕਿ ਕਿਉਂ ਨਾ ਮੈਂ ਆਪਣੇ ਪਿਤਾ ਜੀ ਨੂੰ ਇਹਦੇ ਉੱਪਰ ਬਿਠਾ ਦੇਵਾਂ। ਅਤੇ ਫਿਰ ਉਹ ਪਿਤਾ ਜੀ ਜਦੋਂ ਉੱਪਰ ਬੈਠ ਕੇ ਚਲੋ ਚਾਲ ਤੁਰੇ ਜਾਂਦੇ ਨੇ ਅਤੇ ਰਸਤੇ ਦੇ ਵਿੱਚ 2 ਆਜੜੀ ਜਿਹੜੇ ਕਹਿੰਦੇ ਬੱਕਰੀਆਂ ਭੇਡਾਂ ਚਾਰਨ ਵਾਲੇ ਕਹਿੰਦੇ ਭਾਈ ਤੈਨੂੰ ਆਪ ਇਹਨੂੰ ਵੀ ਕਹਿੰਦੇ ਸ਼ਰਮ ਨਹੀਂ ਆਉਂਦੀ ਕਿ ਇਹਦਾ ਮੰਗਵਾ ਖੋਤਾ ਲਿਆ ਹੋਊਗਾ ਵੀ ਆਪ ਦਾ ਉੱਪਰ ਬੈਠਾ ਜਾ ਰਿਹਾ ਅਤੇ ਇਹਦਾ ਮੁੰਡਾ ਜਿਹੜਾ ਨਾਲੋਂ ਨਾਲ ਤੁਰਿਆ ਜਾ ਰਿਹਾ ਉਹਨੂੰ ਦਮ ਚੜ੍ਹਾ ਰੱਖਿਆ ਵੀ ਇਹਨੂੰ ਸ਼ਰਮ ਨਹੀਂ ਆਉਂਦੀ। ਅਤੇ ਉਹ ਸੋਚਦਾ ਚੱਲ ਭਾਈ ਤੂੰ ਵੀ ਆ ਜਾ, ਉਹਦੇ ਮੁੰਡੇ ਨੂੰ ਵੀ ਉੱਪਰ ਬਿਠਾ ਲੈਂਦਾ। ਅਤੇ ਬੇਟਾ ਫਿਰ ਉਹ ਜਦੋਂ ਥੋੜ੍ਹਾ ਅੱਗੇ ਜਾਂਦੇ ਨੇ ਉਹ ਦੇਖਦੇ ਨੇ ਉਹਨੂੰ ਲੋਕ ਨਾ ਫਿਰ ਮਖੌਲ ਕਰਦੇ ਨੇ, ਸ਼ਹਿਰ 'ਚੋਂ ਆ ਰਹੇ ਹੁੰਦੇ ਨੇ। ਉਹ ਕਹਿੰਦੇ ਕੋਈ ਮੰਗਵਾ ਲੈ ਕੇ ਆਏ ਹੋਣਗੇ ਕਿਸੇ ਦਾ ਖੋਤਾ ਅਤੇ ਉਹਦੀ ਜਾਨ ਕੱਢਣ ਵਾਲੀ ਕਰ ਰੱਖੀ ਹੈ ਪਸ਼ੂ ਦੀ। ਕਹਿੰਦੇ ਜੇ ਇਨਸਾਨੀਅਤ ਖਤਮ ਹੋ ਗਈ, ਕਹਿੰਦੇ ਜਾਨ ਕੱਢਣੀ, ਇਹਨੂੰ ਮਾਰਨ ਵਾਲਾ ਕਰ ਰੱਖਿਆ। 2 ਜਣੇ ਉੱਪਰ ਚੜ੍ਹੇ ਬੈਠੇ ਨੇ। ਅਤੇ ਬੇਟਾ ਉਹਨਾਂ ਦੀ ਗੱਲ ਸੁਣ ਕੇ ਉਹ ਫਿਰ ਪਰੇਸ਼ਾਨ ਹੋ ਜਾਂਦੇ ਨੇ। ਉਹ ਸੋਚਦੇ ਨੇ ਕਿ ਹੁਣ ਕੀ ਕਰੀਏ। ਸੋ ਬੇਟਾ ਇੱਕ ਲੰਮੀ ਸੋਟੀ ਲੈਂਦੇ ਨੇ, ਖੋਤੇ ਦੀਆਂ 2 ਲੱਤਾਂ ਬੰਨ੍ਹ ਕੇ ਸੋਟੀ ਵਿਚਕਾਰ ਦੀ ਕੱਢ ਕੇ ਉਹਨੂੰ ਮੋਢਿਆਂ 'ਤੇ ਚੱਕ ਕੇ ਤੁਰ ਪੈਂਦੇ ਨੇ ਵੀ ਚਲੋ ਹੁਣ ਇਹਨੂੰ ਅਸੀਂ ਚੱਕ ਲੈਂਦੇ ਹਾਂ। ਅਤੇ ਬੇਟਾ ਉਹ ਨਾ ਜਦੋਂ ਸ਼ਹਿਰ ਨੂੰ ਜਾਣਾ ਹੁੰਦਾ ਰਸਤੇ ਦੇ ਵਿੱਚ ਇੱਕ ਵੱਡੀ ਨਦੀ ਹੁੰਦੀ ਆ। ਜਦੋਂ ਨਦੀ ਦੇ ਪੁਲ 'ਤੇ ਆਉਂਦੇ ਨੇ ਬਹੁਤ ਸਾਰੇ ਲੋਕ ਉਹਨਾਂ ਨੂੰ ਇੱਦਾਂ ਕਰਦਿਆਂ ਨੂੰ ਦੇਖ ਕੇ ਕਿ ਕਿਵੇਂ ਖੋਤਿਆਂ ਨੂੰ ਚੱਕੀ ਜਾਂਦੇ ਨੇ ਲੱਤਾਂ ਬੰਨ੍ਹ ਕੇ, ਉਹ ਉੱਚੀ ਉੱਚੀ ਹੱਸਣ ਲੱਗਦੇ ਨੇ। ਜਿਹੜਾ ਖੋਤਾ ਬੇਟਾ ਘਬਰਾ ਜਾਂਦਾ ਅਤੇ ਨਦੀ ਦੇ ਪੁਲ 'ਤੇ ਆ ਕੇ ਖੋਤਾ ਇੰਨੀ ਘਬਰਾਹਟ ਦੇ ਵਿੱਚ ਹਿਲ ਜੁਲ ਕਰਦਾ ਅਤੇ ਉਹ ਜਿਹੜਾ ਸੋਟੀ ਸਮੇਤ ਉਹਨਾਂ ਦੇ ਮੋਢਿਆਂ ਤੋਂ ਤਿਲਕ ਕੇ ਨਦੀ ਵਿੱਚ ਡਿੱਗ ਜਾਂਦਾ ਅਤੇ ਉੱਥੇ ਉਹਦੀਆਂ ਲੱਤਾਂ ਬੰਨ੍ਹਣ ਹੋਣ ਕਰਕੇ ਉਹਦੀ ਜਿਹੜੀ ਮੌਤ ਹੋ ਜਾਂਦੀ ਹੈ। ਸੋ ਬੇਟਾ ਉਹ ਐਂਡ 'ਤੇ ਜਿਹੜੇ ਕਿਸਾਨ ਅਤੇ ਉਸਦੇ ਪਿਤਾ ਜਿਹੜਾ ਮਤਲਬ ਉਹ ਬੱਚਾ ਅਤੇ ਉਹਦਾ ਪਿਤਾ ਮਤਲਬ ਕਿਸਾਨ ਅਤੇ ਉਸਦਾ ਪੁੱਤਰ, ਉਹ ਬੇਟਾ ਫਿਰ ਪਛਤਾਉਂਦੇ ਨੇ, ਉਹਨਾਂ ਦੇ ਪੱਲੇ ਕੁਛ ਨਹੀਂ ਪੈਂਦਾ। ਉਹ ਲੋਕਾਂ ਦੇ ਚੱਕਰਾਂ ਦੇ ਵਿੱਚ ਵੀ ਲੋਕ ਆਹ ਕੀ ਕਹਿਣਗੇ ਤਾਂ ਐਂ ਕਰ ਦਿੰਦੇ ਹਾਂ, ਲੋਕ ਕੀ ਕਹਿਣਗੇ ਆਪਾਂ ਐਂ ਕਰ ਲੈਂਦੇ ਹਾਂ। ਬੇਟਾ ਉਹ ਐਂਡ ਦੇ ਉੱਪਰ ਆ ਕੇ ਆਪਦਾ ਨੁਕਸਾਨ ਕਰਾ ਲੈਂਦੇ ਨੇ। ਸੋ ਇਸ ਕਹਾਣੀ ਦੇ ਵਿੱਚੋਂ ਸਿੱਖਿਆ ਮਿਲੀ ਕਿ ਸਾਨੂੰ ਲੋਕਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ ਅਤੇ ਜਿਹੜਾ ਸੰਸਾਰ ਆ ਅਸੀਂ ਉਹਨਾਂ ਨੂੰ ਜਿੱਤ ਨਹੀਂ ਸਕਦੇ। ਹਰੇਕ ਤਰ੍ਹਾਂ ਦੇ ਲੋਕ ਨੇ, ਕੋਈ ਕਿਵੇਂ ਉਹਨਾਂ ਨੂੰ ਸਵਾਲ ਕਰਦਾ ਕਿ ਕੋਈ ਕਿਵੇਂ ਕਰਦਾ, ਆਖਰ ਦੇ ਵਿੱਚ ਬੇਟਾ ਜਿਹੜਾ ਉਹ ਆਪਣਾ ਨੁਕਸਾਨ ਕਰਵਾ ਲੈਂਦੇ ਨੇ। ਅਤੇ ਸਿੱਖਿਆ ਇਹੀ ਮਿਲੀ ਕਿ ਸਾਨੂੰ ਲੋਕਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ ਅਤੇ ਅਸੀਂ ਸਾਰੀ ਦੁਨੀਆ ਨੂੰ, ਸਾਰੇ ਜੱਗ ਨੂੰ ਨਹੀਂ ਜਿੱਤ ਸਕਦੇ। ਸੋ ਆਓ ਪੜ੍ਹਦੇ ਹਾਂ ਇਸ ਚੈਪਟਰ ਨਾਲ ਸੰਬੰਧਿਤ MCQs। ਕਿਸਾਨ ਅਤੇ ਉਸ ਦਾ ਪੁੱਤਰ ਕੀ ਵੇਚਣ ਜਾ ਰਹੇ ਸਨ? ਉੱਤਰ ਹੈ ਖੋਤਾ। 2 ਨੰਬਰ ਸਵਾਲ, ਕਿਸਾਨ ਅਮੀਰ ਸੀ ਜਾਂ ਗਰੀਬ? ਉੱਤਰ ਹੈ ਗਰੀਬ, ਤਾਂ ਹੀ ਬੇਟਾ ਉਹ ਖੋਤਾ ਵੇਚਣ ਜਾ ਰਹੇ ਸਨ। ਕਿਸਾਨ ਦੇ ਪੁੱਤਰ ਦੀ ਉਮਰ ਕਿੰਨੇ ਸਾਲ ਦੀ ਸੀ? ਉੱਤਰ ਹੈ 10-12 ਸਾਲ ਦੀ। ਸਵਾਲ ਨੰਬਰ 4, ਖੋਤਾ ਹੋਣ ਦੇ ਬਾਵਜੂਦ ਉਹ ਸ਼ਹਿਰ ਵੱਲ ਕਿਵੇਂ ਜਾ ਰਹੇ ਸਨ? ਉਹਨਾਂ ਕੋਲ ਖੋਤਾ ਹੈਗਾ ਸੀ ਬਟ ਸ਼ਹਿਰ ਵੱਲ ਕਿਵੇਂ ਜਾ ਰਹੇ ਸੀਗੇ? ਉਹ ਪੈਦਲ ਤੁਰ ਕੇ, ਉਹ ਖੋਤੇ ਦੇ ਨਾਲ ਨਾਲ ਤੁਰੇ ਜਾ ਰਹੇ ਸੀ, ਜਿਹਨੂੰ ਦੇਖ ਕੇ ਫਿਰ ਅੱਗੇ ਕੁੜੀਆਂ ਹੱਸਦੀਆਂ ਨੇ। ਉਹਨਾਂ ਨੂੰ ਵੇਖ ਕੇ ਕੁੜੀਆਂ ਕਿਉਂ ਹੱਸੀਆਂ ਸਨ? ਕਿ ਉਹ ਖੋਤੇ 'ਤੇ ਨਾ ਬੈਠ ਕੇ ਪੈਦਲ ਤੁਰੇ ਜਾ ਰਹੇ ਹਨ। ਇਹ ਗੱਲ ਦੇਖ ਕੇ ਕੁੜੀਆਂ ਹੱਸੀਆਂ ਕਿ ਉਹਨਾਂ ਕੋਲ ਚੰਗਾ ਭਲਾ ਖੋਤਾ ਉੱਤੇ ਨਹੀਂ ਬੈਠੇ ਜਾ ਰਹੇ, ਤੁਰੇ ਜਾ ਰਹੇ ਨੇ। ਸੋ ਇਸ ਕਰਕੇ ਕੁੜੀਆਂ ਹੱਸੀਆਂ। ਕੁੜੀਆਂ ਦੀ ਗੱਲ ਸੁਣ ਕੇ ਉਹਨਾਂ ਕੀ ਕੀਤਾ? ਜਦੋਂ ਕੁੜੀਆਂ ਹੱਸ ਕੇ ਲੰਘੀਆਂ ਤਾਂ ਉਹਨਾਂ ਨੇ ਕੀ ਰਿਐਕਸ਼ਨ ਲਿਆ? ਬਾਅਦ 'ਚ ਐਕਸ਼ਨ ਕੀ ਕੀਤਾ ਕਿ ਪੁੱਤਰ ਖੋਤੇ ਉੱਪਰ ਬੈਠ ਗਿਆ। ਉਹ ਜਦੋਂ ਉਹਨੇ ਦੇਖਿਆ ਕਿ ਯਾਰ ਬਾਕੀ ਕੁੜੀਆਂ ਹੱਸ ਰਹੀਆਂ ਨੇ ਅਤੇ ਉਹਨਾਂ ਨੇ ਕੀ ਕਰਿਆ, ਪੁੱਤਰ ਨੂੰ ਖੋਤੇ ਦੇ ਉੱਪਰ ਬਿਠਾ ਦਿੱਤਾ। ਫਿਰ ਰਸਤੇ 'ਚ ਅੱਗੇ ਜਾਂਦੇ ਨੇ ਕਿ 2 ਰਾਹਗੀਰਾਂ ਨੇ ਮੁੰਡੇ ਨੂੰ ਕੀ ਕਿਹਾ। ਹੁਣ ਮੁੰਡੇ ਨੂੰ ਉਹ ਕੀ ਕਹਿੰਦੇ ਨੇ, ਕਹਿੰਦਾ ਆਪ ਤਾਂ ਖੋਤੇ 'ਤੇ ਬੈਠਾ, ਪਿਤਾ ਤੁਰਿਆ ਜਾ ਰਿਹਾ। ਉਹ ਗੱਲੀ ਬਾਤੀ ਕਮੈਂਟ ਕਰਕੇ ਕਹਿੰਦੇ ਇਹਨੂੰ ਸ਼ਰਮ ਨਹੀਂ ਆਉਂਦੀ,
ਆਪ ਨੌਜਵਾਨ ਆ, ਆਪ ਖੋਤੇ ਦੇ ਉੱਪਰ ਬੈਠਾ ਤੇ ਇਹਦਾ ਪਿਤਾ ਤੁਰਿਆ ਜਾ ਰਿਹਾ। ਉਹਨਾਂ ਦੀ ਗੱਲ ਸੁਣ ਕੇ ਉਹਨਾਂ ਨੇ ਕੀ ਕੀਤਾ, ਰਾਹਗੀਰਾਂ ਦੀ ਗੱਲ ਸੁਣ ਕੇ ਉਹਨਾਂ ਕੀ ਕੀਤਾ, ਰਾਹਗੀਰ ਹੁੰਦਾ ਬੇਟਾ ਰਸਤੇ 'ਚ ਲੰਘਣ ਵਾਲੇ ਲੋਕ ਜਾਂ ਰਸਤੇ 'ਚ ਸਾਹਮਣੇ ਆ ਰਹੇ ਲੋਕ ਜਾਂ ਸਾਡੇ ਨਾਲ ਨਾਲ ਅੱਗੇ ਜਾ ਰਹੇ ਲੋਕ, ਉਹਨਾਂ ਨੂੰ ਰਾਹਗੀਰ ਕਿਹਾ ਜਾਂਦਾ। ਉਹਨਾਂ ਦੀ ਗੱਲ ਸੁਣ ਕੇ ਕੀ ਕੀਤਾ, ਮੁੰਡਾ ਹੇਠਾਂ ਤੁਰਨ ਲੱਗ ਪਿਆ, ਪਿਤਾ ਖੋਤੇ ਉੱਪਰ ਬੈਠ ਗਿਆ। ਹੁਣ ਕਹਿੰਦਾ ਡੈਡੀ ਚੱਲ ਤੁਸੀਂ ਬਹਿ ਜਾਓ, ਮੈਂ ਤੁਰਿਆ ਨਾਲ ਤੁਹਾਡੇ ਚੱਲਦਾ। ਸੋ ਬੇਟਾ ਫਿਰ ਥੋੜ੍ਹੀ ਕੁ ਦੇਰ ਉਹ ਅੱਗੇ ਜਾਂਦੇ ਨੇ, ਭੇਡਾਂ ਚਾਰਦੇ ਆਜੜੀਆਂ ਨੇ ਕੀ ਕਿਹਾ। ਹੁਣ ਜਿਹੜਾ ਮੁੰਡਾ ਸੀ ਨਾਲੋਂ ਨਾਲ ਤੁਰਿਆ ਜਾਂਦਾ, ਲਾਲ ਮੂੰਹ ਹੋਇਆ ਪਿਆ ਉਹਦਾ ਪਿਤਾ ਖੋਤੇ 'ਤੇ ਬੈਠਾ। ਕਹਿੰਦਾ ਆਪ ਖੋਤੇ 'ਤੇ ਬੈਠਾ ਅਤੇ ਬੱਚਾ ਤੋਰ ਰੱਖਿਆ। ਉਹ ਕਹਿੰਦੇ ਤੈਨੂੰ ਸ਼ਰਮ ਨਹੀਂ ਆਉਂਦੀ? ਮਨੋ ਮਨੀ ਉਹ ਫਿਰ ਸੋਚਦਾ। ਉਹ ਕਹਿੰਦੇ ਆਪ ਖੋਤੇ 'ਤੇ ਬੈਠਾ, 10-12 ਸਾਲ ਦਾ ਜਵਾਕ ਇਹਨੇ ਤੋਰਨ ਲਾ ਰੱਖਿਆ, ਇਹਨੂੰ ਸ਼ਰਮ ਨਹੀਂ ਆਉਂਦੀ। ਅਤੇ ਫਿਰ ਕੀ ਹੁੰਦਾ, ਉਹਨਾਂ ਦੀ ਗੱਲ ਸੁਣਨ ਤੋਂ ਬਾਅਦ ਆਜੜੀਆਂ ਦੀ ਗੱਲ ਸੁਣ ਕੇ ਪਿਤਾ ਨੇ ਕੀ ਕੀਤਾ, ਆਪਣੇ ਪੁੱਤਰ ਨੂੰ ਵੀ ਖੋਤੇ 'ਤੇ ਬਿਠਾ ਲਿਆ। ਉਹਨੇ ਜਦੋਂ ਕਿਹਾ ਕਿ ਭਾਈ ਇਹ ਕਹਿ ਰਹੇ ਨੇ ਵੀ ਆਪ ਤਾਂ ਬੈਠਾ ਜਾ ਰਿਹਾ, ਮੁੰਡਾ ਤੋਰ ਰੱਖਿਆ, ਉਹਨੂੰ ਕਹਿੰਦਾ ਆ ਜਾ ਤੂੰ ਵੀ ਬਹਿ ਜਾ। ਫਿਰ ਕੀ ਹੁੰਦਾ, ਹੁਣ ਦੋਏ ਖੋਤੇ 'ਤੇ ਬੈਠ ਗਏ। ਹੁਣ ਦੇਖੋ ਖੋਤੇ ਦੀ ਹਾਲਤ ਕਿਹੋ ਜਿਹੀ ਹੋਈ ਹੋਊਗੀ। ਸ਼ਹਿਰੋਂ ਆਉਂਦੇ ਬੰਦਿਆਂ ਨੇ ਖੋਤੇ ਉੱਤੇ ਬੈਠੇ ਪਿਓ ਪੁੱਤਰ ਨੂੰ ਵੇਖ ਕੇ ਕੀ ਕਿਹਾ। ਹੁਣ ਨਾ ਜਦੋਂ ਦੇਖਿਆ ਸ਼ਹਿਰੋਂ ਕੁਝ ਲੋਕ ਆ ਰਹੇ ਸੀ, ਉਹਨਾਂ ਨੇ ਦੇਖਿਆ ਵੀ ਇੱਕ ਖੋਤੇ ਦੇ ਉੱਪਰ ਪਿਓ ਵੀ ਬੈਠਾ ਉਹਦਾ ਅਤੇ ਉਹਦਾ ਪੁੱਤਰ ਵੀ ਬੈਠਾ। ਕੀ ਕਿਹਾ ਉਹਨਾਂ ਨੇ, ਕਹਿੰਦਾ ਜਾਨ ਲੈਣੀ ਹੈ, ਇਸ ਬੇਜਵਾਨ ਦੀ ਇਨਸਾਨੀਅਤ ਖਤਮ ਹੋ ਗਈ ਲੱਗਦਾ। ਉਹ ਕਮੈਂਟ ਕਰਕੇ ਗਏ, ਕਹਿੰਦੇ ਜਾਨ ਲੈਣੀ ਇਹਦੀ, ਕਹਿੰਦੇ ਮੰਗਮਾ ਜਾਂ ਕਿਰਾਏ ਦਾ ਲੱਗਦਾ ਤੁਹਾਡੇ ਕੋਲੇ, ਕਹਿੰਦੇ ਇਨਸਾਨੀਅਤ ਖਤਮ ਹੋ ਗਈ ਵੀ ਇਹ ਪਸ਼ੂ ਦੇ ਬੇਜਵਾਨ ਦੇ ਉੱਪਰ ਬੈਠੇ ਹੋ ਦੋ ਜਣੇ, ਜਾਨ ਲੈਣੀ ਇਹਦੀ। ਅਤੇ ਬੇਟਾ ਉਹਨਾਂ ਦੀ ਗੱਲ ਸੁਣ ਕੇ ਉਹਦੇ ਮਨ 'ਤੇ ਫੇਰ ਅਸਰ ਹੋਇਆ। ਕੀ ਹੋਇਆ, ਲੋਕਾਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਉਹਨਾਂ ਨੇ ਕੀ ਕੀਤਾ, ਪਿਓ ਪੁੱਤਰ ਨੇ ਖੋਤੇ ਨੂੰ ਆਪਣੇ ਮੋਢਿਆਂ 'ਤੇ ਚੁੱਕਣ ਬਾਰੇ ਸੋਚਿਆ। ਉਹਨਾਂ ਨੇ ਕਿਹਾ ਕਿ ਹੁਣ ਆਪਾਂ ਐਂ ਕਰਦੇ ਹਾਂ, ਆਪਾਂ ਹੀ ਖੋਤੇ ਨੂੰ ਚੁੱਕ ਲੈਂਦੇ ਹਾਂ ਭਾਈ, ਲੋਕ ਤਾਂ ਕਿਸੇ ਪਾਸੇ ਨਹੀਂ ਮਾਣ, ਮੈਂ ਬੈਠਿਆ। ਮੁੰਡਾ ਕਹਿੰਦਾ ਤਾਂ ਲੋਕ ਪਰੇਸ਼ਾਨ ਸੀ, ਤੂੰ ਪਿਤਾ ਹੀ ਬੈਠਿਆ ਖੋਤੇ ਦੇ ਉੱਪਰ, ਤੁਹਾਡੇ ਤੋਂ ਪਰੇਸ਼ਾਨ ਸੀ, ਅਤੇ ਹੁਣ ਜੇ ਅਸੀਂ ਦੋਏ ਬੈਠ ਗਏ ਫਿਰ ਪਰੇਸ਼ਾਨ ਨੇ, ਵੀ ਹੁਣ ਤਾਂ ਇੱਕੋ ਹੱਲ ਆ, ਆਪਾਂ ਹੀ ਖੋਤੇ ਨੂੰ ਚੱਕ ਲੈਂਦੇ ਹਾਂ। ਫਿਰ ਉਹਨਾਂ ਨੇ ਕੀ ਕੀਤਾ ਬੇਟਾ, ਖੋਤੇ ਨੂੰ ਮੋਢੇ ਉੱਪਰ ਚੱਕਣ ਲਈ ਉਹਨਾਂ ਨੇ ਕੀ ਕੀਤਾ, ਉੱਤਰ ਖੋਤੇ ਦੀਆਂ ਚਾਰੋਂ ਲੱਤਾਂ ਬੰਨ੍ਹ ਕੇ, ਮੂਰਲੀਆਂ ਬੇਟਾ ਦੋਏ ਅੱਗੋਂ ਬੰਨ੍ਹ ਲਈਆਂ, ਪਿੱਛੇ ਨੇ ਦੋ ਅੱਗੋਂ ਬੰਨ੍ਹ ਲਈਆਂ, ਸੋਟੀ ਪਾ ਕੇ ਉਹਨਾਂ ਦੇ ਵਿਚਕਾਰ ਦੀ ਸੋਟੀ ਪਾ ਕੇ ਬੇਟਾ ਆਪਣੇ ਮੋਢਿਆਂ 'ਤੇ ਚੁੱਕ ਲਿਆ। ਉਹਨਾਂ ਨੇ ਖੋਤੇ ਨੂੰ ਦੋਏ ਲੱਤਾਂ ਅਗਲੀਆਂ ਦੋਏ ਪਿੱਛੇ ਵਾਲੀਆਂ ਬੰਨ੍ਹ ਕੇ ਵਿਚਕਾਰ ਸੋਟੀ ਪਾ ਕੇ ਉਹਨੂੰ ਖੋਤੇ ਨੂੰ ਮੋਢਿਆਂ ਦੇ ਉੱਪਰ ਚੁੱਕ ਲਿਆ। ਖੋਤਾ ਚੁੱਕ ਕੇ ਉਹ ਕਿਸ ਉੱਪਰੋਂ ਲੰਘ ਰਹੇ ਸਨ। ਸੋ ਬੇਟਾ ਜਦੋਂ ਉਹਨਾਂ ਨੇ ਸ਼ਹਿਰ ਜਾਣਾ ਸੀ, ਰਸਤੇ 'ਚ ਇੱਕ ਨਦੀ ਆਉਂਦੀ ਅਤੇ ਉਹਦੇ ਉੱਪਰ ਇੱਕ ਪੁਲ ਸੀਗਾ, ਉਹ ਪੁਲ ਉੱਪਰ ਦੀ ਲੰਘ ਰਹੇ ਸਨ। ਇੱਕ ਵੱਡੀ ਨਦੀ ਦੇ ਪੁਲ ਉੱਪਰੋਂ, ਕਿਹਦੇ ਉੱਪਰੋਂ ਲੰਘ ਰਹੇ ਸਨ, ਇੱਕ ਵੱਡੀ ਨਦੀ ਦੇ ਪੁਲ ਉੱਪਰੋਂ। ਸਵਾਲ ਨੰਬਰ 15, ਖੋਤਾ ਚੁੱਕੀ ਆਉਂਦੇ ਪਿਓ ਪੁੱਤਰ ਨੂੰ ਵੇਖ ਕੇ ਲੋਕ ਕੀ ਕਰ ਰਹੇ ਹਨ ਜਾਂ ਕੀ ਕਰ ਰਹੇ ਸਨ, ਹੈਰਾਨ ਹੋ ਕੇ ਉੱਚੀ ਉੱਚੀ ਹੱਸ ਰਹੇ ਸਨ। ਸੋ ਬੇਟਾ ਉਹਨਾਂ ਨੇ ਜਦੋਂ ਦੇਖਿਆ ਉਹਨਾਂ ਨੂੰ, ਅਤੇ ਉਹ ਉੱਚੀ ਉੱਚੀ ਹੱਸ ਰਹੇ ਸੀ। ਕੌਣ ਹੱਸ ਰਹੇ ਸੀਗੇ, ਲੋਕ, ਵੀ ਇਹਨਾਂ ਨੇ ਕਿਵੇਂ ਭਾਈ ਜਿਹੜਾ ਖੋਤੇ ਨੂੰ ਆਪਣੇ ਮੋਢਿਆਂ 'ਤੇ ਚੁੱਕਿਆ। ਸੋ ਬੇਟਾ ਜੇ ਅਸੀਂ ਗੱਲ ਕਰੀਏ ਇਨ ਦੀ ਐਂਡ ਜਿਹੜਾ ਉਹ ਪਿਓ ਪੁੱਤਰ ਨੇ ਉਹ ਆਪਣਾ ਕੀ ਕਰਵਾ ਬੈਠਦੇ ਨੇ, ਨੁਕਸਾਨ। ਜਿਹੜਾ ਉਹਨਾਂ ਦਾ ਖੋਤਾ ਬੇਟਾ ਇੱਥੇ ਗੱਲ ਕਰੀਏ, ਕੋਈ ਨਦੀ ਦੇ ਵਿੱਚ ਕਿਉਂ ਡਿੱਗ ਗਿਆ ਸੀ, ਕਿਉਂਕਿ ਲੋਕਾਂ ਦੀ ਆਵਾਜ਼ ਸੁਣ ਲਈ। ਜੇ ਹੁਣ ਇੱਕ ਸਵਾਲ ਹੋਰ ਪੈਦਾ ਹੁੰਦਾ ਕਿ ਖੋਤੇ ਦੀ ਮੌਤ ਕਿਉਂ ਹੋ ਗਈ ਸੀ, ਕਿਉਂਕਿ ਉਸ ਦੀਆਂ ਚਾਰੋਂ ਲੱਤਾਂ ਬੰਨੀਆਂ ਹੋਈਆਂ ਸਨ। ਸੋ ਪਿਓ ਪੁੱਤਰ ਨੇ ਲੋਕਾਂ ਦੀ ਗੱਲਾਂ ਵਿੱਚ ਆਪਣਾ ਕੀ ਕਰਵਾ ਲਿਆ, ਸੋ ਉਹਨਾਂ ਨੇ ਬੇਟਾ ਆਪਣਾ ਜਿਹੜਾ ਨੁਕਸਾਨ ਕਰਵਾ ਲਿਆ ਸੀ। ਸੋ ਇਹ ਜਿਹੜੀ ਕਹਾਣੀ ਹੈ ਬੇਟਾ, ਇਹਦੇ ਉੱਪਰ ਸਾਨੂੰ ਕੀ ਸਿੱਖਿਆ ਮਿਲਦੀ ਆ, ਵੀ ਸਾਨੂੰ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਆ ਕਿ ਸਾਨੂੰ ਲੋਕਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਚਾਹੀਦਾ। ਸੋ ਬੇਟਾ ਇਹ ਕਹਾਣੀ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਸੋ ਅਗਲਾ ਜਿਹੜਾ ਚੈਪਟਰ ਹੈ ਉਹਦਾ ਨਾਮ ਹੈ ਥਾਲ। ਥਾਲ ਵੇਲਾ ਬੇਟਾ ਜਿਹੜੀ ਬਚਪਨ ਦੀ ਛੋਟੇ ਬੱਚਿਆਂ ਦੀਆਂ ਖੇਡਾਂ ਦੇ ਵਿੱਚੋਂ ਇੱਕ ਖੇਡ ਹੈ। ਸੋ ਬੇਟਾ ਇਹ ਖੇਡ ਦੇ ਵਿੱਚ ਬੱਚੇ ਬੋਲਦੇ ਨੇ ਅਤੇ ਉਹਨਾਂ ਦੀ ਕਾਊਂਟਿੰਗ ਹੁੰਦੀ ਹੈ। ਕਿਵੇਂ ਹੁੰਦਾ, ਸੋ ਬੇਟਾ ਇੱਕ ਨਾ ਜਿਵੇਂ ਅਸੀਂ ਪਹਿਲਾਂ ਕੱਪੜੇ ਦੀ 7 ਤਹਿਾਂ ਬੁਣ ਕੇ, ਕੱਪੜੇ ਦੀਆਂ 7 ਤਹਿਾਂ ਮਾਰ ਕੇ ਉਹਨੂੰ ਧਾਗੇ ਦੇ ਨਾਲ ਲਪੇਟ ਕੇ ਇੱਕ ਗੇਂਦ ਬਣਾ ਲਈ ਜਾਂਦੀ ਹੈ। ਸੋ ਜਿਹੜੀ ਉਹ ਗੇਂਦ ਆ ਬੇਟਾ, ਜਿਵੇਂ ਕੁੜੀਆਂ ਨੇ ਇਹ ਜਿਹੜੀ ਥਾਲ ਖੇਡ ਆ, ਇਹਨੂੰ ਬਚਪਨ ਟੱਪ ਕੇ ਜਵਾਨੀ ਦੀਆਂ ਬਰੂਹਾਂ ਦੇ ਉੱਪਰ ਖੜੀਆਂ 9 ਤੋਂ 10 ਸਾਲ ਦੀਆਂ ਕੁੜੀਆਂ ਇਹ ਖੇਡ ਨੂੰ ਖੇਡਦੀਆਂ ਨੇ। ਸੋ ਬੇਟਾ ਇਹ ਖੇਡ ਨੂੰ ਖੇਡਣ ਦਾ ਜਿਹੜਾ ਸਮਾਂ ਹੁੰਦਾ ਉਹ ਦੁਪਹਿਰ ਸਮਾਂ ਹੁੰਦਾ। ਬਹੁਤ ਸਾਰੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਜਾਂ ਜਿਹੜੇ ਮਿਡਲ ਅਤੇ ਹਾਈ ਸਕੂਲ ਨੇ ਉਹਨਾਂ ਦੇ ਵਿੱਚ ਬੇਟਾ ਜਿਹੜੇ ਬੱਚੇ ਨੇ ਦੁਪਹਿਰ ਸਮੇਂ ਅੱਧੀ ਛੁੱਟੀ ਵੇਲੇ ਇਹ ਖੇਡ ਖੇਡਦੇ ਨੇ। ਸੋ ਬੇਟਾ ਇਹ ਜਿਹੜੀ ਖੇਡ ਆ ਇਹਦੇ ਵਿੱਚ ਮਾਤਾ ਪਿਤਾ ਭਰਾ ਅਤੇ ਭਾਬੀ ਦੇ ਰਿਸ਼ਤੇ ਦਾ ਜਿਹੜਾ ਵਾਰ-ਵਾਰ ਜ਼ਿਕਰ ਆਉਂਦਾ।
ਸੋ ਬੇਟਾ ਇਹ ਖੇਡ ਨੂੰ ਜਦੋਂ ਖੇਡਦੇ ਨੇ ਨਾ, ਇਹ ਗੇਂਦ ਨੂੰ ਉੱਪਰ ਉਛਾਲ ਕੇ ਸੱਜੇ ਹੱਥ ਦੇ ਵਿੱਚ ਗੇਂਦ ਨੂੰ ਫੜ ਲਿਆ ਜਾਂਦਾ ਅਤੇ ਥੱਲੇ ਗੇਂਦ ਨੂੰ ਭੜਕਾਇਆ ਜਾਂਦਾ, ਫਿਰ ਫੜਿਆ ਜਾਂਦਾ, ਫਿਰ ਭੜਕਾਇਆ ਜਾਂਦਾ। ਉਹ ਗੇਂਦ ਨੂੰ ਭੜਕਾਉਂਦੇ ਭੜਕਾਉਂਦੇ ਜਿਹੜੀ ਵੀ ਕੁੜੀ ਬੋਲ ਪਾਉਂਦੀ ਆ, ਜਿਵੇਂ ਉਹ ਜਿਹਨਾਂ ਨੂੰ ਅਸੀਂ ਥਾਲ ਕਹਿੰਦੇ ਆ, ਉਹ ਕੁੜੀ ਗਾਣਾ ਗਾਉਂਦੀ ਹੈ ਇੱਕ, ਹੈ ਨਾ, ਅਤੇ ਉਹ ਜਿਹੜਾ ਗੀਤ ਉਹ ਕੁੜੀ ਗਾਉਂਦੀ ਆ, ਉਸ ਗੀਤ ਦੇ ਬੋਲ ਉਹ ਜਿੰਨੇ ਵਾਰ ਉਹ ਥਾਲ ਪਾਉਂਦੀ ਹੈ, ਜਿੰਨੇ ਥਾਲ, ਜਿਵੇਂ ਅਸੀਂ ਬੋਲੀ ਕਹਿੰਦੇ ਆ, ਉਹ ਜਿੰਨੀਆਂ ਬੋਲੀਆਂ ਉਹ ਗੇਂਦ ਨੂੰ ਭੜਕਾਉਂਦੇ ਭੜਕਾਉਂਦੇ ਪਾਉਂਦੀ ਆ, ਉਹਨਾਂ ਨੂੰ ਥਾਲ ਮੰਨਿਆ ਜਾਂਦਾ। ਜਦੋਂ ਇੱਕ ਥਾਲ ਪੂਰਾ ਕਰ ਦਿੰਦੀ ਹੈ ਤਾਂ 1 ਨੰਬਰ, ਜਦੋਂ ਦੂਸਰਾ ਬੋਲ ਪਾ ਦਿੰਦੀ ਹੈ ਤਾਂ ਦੂਸਰਾ, ਤੀਸਰਾ ਥਾਲ ਗਾਉਂਦੀ ਹੈ ਤਾਂ 3। ਸੋ ਬੇਟਾ ਇਸੇ ਤਰ੍ਹਾਂ ਜੇ ਉਹ 5, 10, 15 ਜਿੰਨੇ ਵੀ ਥਾਲ ਪਾ ਦਿੰਦੀ ਆ, ਉਹਨਾਂ ਦੀ ਕਾਊਂਟਿੰਗ ਨੂੰ ਗਿਣਿਆ ਜਾਂਦਾ। ਅਤੇ ਉਸ ਕੁੜੀ ਨੂੰ ਆਊਟ ਕਦੋਂ ਮੰਨਿਆ ਜਾਂਦਾ? ਅਤੇ ਜਦੋਂ ਉਹ ਤੋਂ ਗੇਂਦ ਬੁੜਕਦੇ ਬੁੜਕਦੇ ਨੀਚੇ ਡਿੱਗ ਜਾਂਦੀ ਆ। ਸੋ ਬੇਟਾ ਇਸ ਜਿਹੜੀ ਖੇਡ ਦੇ ਵਿੱਚ ਸਭ ਤੋਂ ਵੱਧ ਜਿਹੜੀ ਕੁੜੀ ਥਾਲ ਪਾਉਂਦੀ ਆ, ਉਹਨੂੰ ਜੇਤੂ ਮੰਨਿਆ ਜਾਂਦਾ, ਅਤੇ ਜਿਹੜੀ ਕੁੜੀ ਦੇ ਘੱਟ ਥਾਲ ਹੁੰਦੇ ਨੇ ਉਹਨੂੰ ਹਾਰਿਆ ਹੋਇਆ ਮੰਨਿਆ ਜਾਂਦਾ। ਸੋ ਇਹਦੇ ਵਿੱਚ ਆਊਟ ਪਲੇਅਰ ਉਦੋਂ ਹੁੰਦਾ ਜਦੋਂ ਗੇਂਦ ਡਿੱਗ ਜਾਂਦੀ ਆ। ਸੋ ਇਸ ਤਰ੍ਹਾਂ ਦੀ ਬੇਟਾ ਇਹ ਪੰਜਾਬੀ ਕੁੜੀਆਂ ਦੀ ਖੇਡ ਹੈ ਜਿਹਦਾ ਨਾਮ ਹੈ ਥਾਲ। ਆਓ ਇਸ ਥਾਲ ਚੈਪਟਰ ਦੇ ਨਾਲ ਸੰਬੰਧਿਤ ਅਸੀਂ ਕੁਝ MCQs ਪੜ੍ਹਦੇ ਹਾਂ ਕਿ ਥਾਲ ਪਾਠ ਦੇ ਲੇਖਕ ਦਾ ਕੀ ਨਾਮ ਹੈ? ਉੱਤਰ ਹੈ ਸੁਖਦੇਵ ਮਾਦਪੁਰੀ ਜੀ। ਸਵਾਲ ਨੰਬਰ 2, ਬੱਚੇ ਇਕੱਠੇ ਹੋ ਕੇ ਕਿਹੜੀਆਂ ਖੇਡਾਂ ਖੇਡਦੇ ਹਨ? ਉੱਤਰ ਹੈ ਬਾਲ ਖੇਡਾਂ। ਬਾਲ ਖੇਡਾਂ ਬੇਟਾ ਜਿਵੇਂ ਬੱਚੇ ਖੇਡਦੇ ਨੇ, ਗਲੀ ਮੁਹੱਲੇ ਦੇ ਵਿੱਚ ਰੌਲਾ ਪਾਉਂਦੇ ਖੇਡਦੇ ਨੇ। ਸੋ ਇਹਨਾਂ ਨੂੰ ਕਦੋਂ ਖੇਡਿਆ ਜਾਂਦਾ? ਥਾਲ ਖੇਡ ਕਿਸ ਸਮੇਂ ਖੇਡੀ ਜਾਂਦੀ ਹੈ? ਉੱਤਰ ਹੈ ਦੁਪਹਿਰ ਸਮੇਂ। ਜ਼ਿਆਦਾਤਰ ਇਹਨੂੰ ਸਕੂਲਾਂ ਦੇ ਬੱਚੇ ਛੁੱਟੀ ਵੇਲੇ ਖੇਡਦੇ ਨੇ, ਅੱਧੀ ਛੁੱਟੀ ਵੇਲੇ। ਬੱਚੇ ਥਾਲ ਖੇਡ ਕਿੱਥੇ ਖੇਡਦੇ ਹਨ? ਵੈਸੇ ਤਾਂ ਬੇਟਾ ਇੱਥੇ ਉੱਤਰ ਲਿਖਿਆ ਹੋਇਆ ਘਰਾਂ ਦੇ ਦਲਾਨਾਂ ਵਿੱਚ, ਜਿਹੜੇ ਸਾਡੇ ਵਿਹੜੇ ਨੇ, ਪਰ ਇਹ ਘਰਾਂ ਦੇ ਵਿਹੜਿਆਂ ਵਿੱਚ ਵੀ ਖੇਡੀ ਜਾਂਦੀ ਆ ਅਤੇ ਸਕੂਲ ਦੇ ਵਿਹੜਿਆਂ ਵਿੱਚ, ਸਕੂਲ ਦੇ ਗਰਾਊਂਡਾਂ ਵਿੱਚ ਵੀ ਖੇਡੀ ਜਾਂਦੀ ਆ। ਵੈਸੇ ਜੇ ਉਹਦਾ ਉੱਤਰ ਦੇਣਾ ਹੋਵੇ, ਇਹ ਖੇਡ ਘਰ ਦੇ ਦਲਾਨਾਂ ਵਿੱਚ ਖੇਡੀ ਜਾਂਦੀ ਹੈ। ਅੱਗੇ, ਲੀਰਾਂ ਧਾਗਿਆਂ ਨਾਲ ਗੁੰਦੀ ਗੇਂਦ ਦੀਆਂ ਕਿੰਨੀਆਂ ਤਹਿਾਂ ਭਾਵ ਕਿੰਨੇ ਪਰਦੇ ਹੁੰਦੇ ਹਨ? ਉੱਤਰ ਹੈ 7। ਸੋ ਬੇਟਾ ਜਿਹੜੀ ਉਹ ਗੇਂਦ ਆ, 7 ਤਰ੍ਹਾਂ ਦੇ ਜਿਹੜੇ ਉਹ ਤਹਿਾਂ ਲਾ ਕੇ ਗੇਂਦ ਬਣਾਈ ਜਾਂਦੀ ਆ, ਮਤਲਬ ਕੱਪੜੇ ਦੀਆਂ 7 ਤਹਿਾਂ ਲਾ ਕੇ ਉਹਨੂੰ ਫਿਰ ਧਾਗਿਆਂ ਦੇ ਨਾਲ ਗੁੰਦਿਆ ਜਾਂਦਾ ਹੈ। ਅੱਗੇ, ਗੇਂਦ ਦਾ ਹੋਰ ਨਾਮ ਕੀ ਹੁੰਦਾ ਹੈ? ਉਸ ਗੇਂਦ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ? ਇਸ ਗੇਂਦ ਨੂੰ ਖਿੱਦੋ ਜਾਂ ਖੇਹਨੂੰ, ਕੱਖੇ ਨੂੰ ਲਾਵਾਂ, ਹਾਹਾ ਨੰਨੇ ਨੂੰ ਦਲੈਂਕੜ, ਉੱਪਰ ਟਿੱਪੀ, ਖੇਹਨੂੰ ਵੀ ਕਿਹਾ ਜਾਂਦਾ ਹੈ। ਇਹਨੂੰ ਖਿੱਦੋ ਵੀ ਕਿਹਾ ਜਾਂਦਾ ਹੈ ਅਤੇ ਖੇਹ ਨੂੰ ਵੀ ਕਿਹਾ ਜਾਂਦਾ ਹੈ। ਸਵਾਲ ਨੰਬਰ 7, ਇਸ ਖੇਡ ਵਿੱਚ ਬੱਚਿਆਂ ਦੀ ਗਿਣਤੀ ਕਿੰਨੀ ਹੁੰਦੀ ਹੈ? ਉੱਤਰ ਹੈ ਗਿਣਤੀ 'ਤੇ ਕੋਈ ਪਾਬੰਦੀ ਨਹੀਂ। ਇਹਨੂੰ 2 ਤੋਂ ਲੈ ਕੇ 4, 4 ਤੋਂ ਲੈ ਕੇ 6, 6 ਤੋਂ ਵੱਧ ਬੱਚੇ ਵੀ ਇਹਨੂੰ ਖੇਡ ਸਕਦੇ ਹਨ। ਖੇਡ ਕਿਵੇਂ ਸ਼ੁਰੂ ਹੁੰਦੀ ਹੈ? ਗੇਂਦ ਹਵਾ ਵਿੱਚ ਉਛਾਲ ਕੇ, ਸੱਜੇ ਹੱਥ ਵਿੱਚ ਬੋਚ ਕੇ ਅਤੇ ਫਿਰ ਭੜਕਾਉਂਦੇ ਹੋਏ। ਬੇਟਾ ਇਹ ਛੱਛਾ ਨਹੀਂ, ਇਹਨੂੰ ਫੱਫਾ ਸਮਝਣਾ। ਫਿਰ ਭੜਕਾਉਂਦੇ ਹੋਏ। ਸੋ ਬੇਟਾ ਗੇਂਦ ਨੂੰ ਹਵਾ 'ਚ ਸੁੱਟਿਆ ਜਾਂਦਾ, ਫਿਰ ਉਹਨੂੰ ਸੱਜੇ ਹੱਥ ਵਿੱਚ ਬੋਚ ਲਿਆ ਜਾਂਦਾ ਅਤੇ ਫਿਰ ਉਹਨੂੰ ਭੜਕਾਇਆ ਜਾਂਦਾ। ਨਾਲ ਨਾਲ ਬੋਲੀ ਪਾਈ ਜਾਂਦੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਥਾਲ। ਸੋ ਬੱਚਾ ਜਿੰਨੀ ਵਾਰ ਗੇਂਦ ਭੜਕਾਉਂਦਾ, ਜਿੰਨੀ ਵਾਰ ਥਾਲ ਪੂਰਾ ਕਰਦਾ, ਸੋ ਬੇਟਾ ਉਹਨੂੰ 1 ਥਾਲ ਪਾ ਲਿਆ ਤਾਂ 1 ਗਿਣਤੀ, 2 ਪਾ ਲਏ 2, 3 ਪਾ ਲਏ 3, 4 ਪਾ ਲਏ 4। ਜੇ 4 'ਤੇ ਮੰਨ ਲਓ ਉਹ ਤੋਂ ਗੇਂਦ ਨੀਚੇ ਬੁੜਕਦੀ ਨਹੀਂ, ਡਿੱਗ ਜਾਂਦੀ ਆ, ਤਾਂ ਉਹਨੂੰ ਆਊਟ ਮੰਨਿਆ ਜਾਂਦਾ। ਫਿਰ ਅਗਲਾ ਬੱਚਾ ਜਿਹੜਾ ਉਹ ਥਾਲ ਪਾਉਂਦਾ, ਅਤੇ ਬੇਟਾ ਇਹ ਪ੍ਰਕਿਰਿਆ ਐਵੇਂ ਚੱਲਦੀ ਰਹਿੰਦੀ ਆ। ਸੋ ਜਿਹੜਾ ਬੱਚਾ ਸਭ ਤੋਂ ਵੱਧ ਥਾਲ ਪਾਉਂਦਾ ਉਸ ਨੂੰ ਜੇਤੂ ਕਰਾਰ ਦਿੱਤਾ ਜਾਂਦਾ ਹੈ। ਥਾਲ ਖੇਡ ਵਿੱਚ ਕਿਹਨਾਂ ਦੀ ਗਿਣਤੀ ਕੀਤੀ ਜਾਂਦੀ ਹੈ? ਉੱਤਰ ਹੈ ਥਾਲਾਂ ਦੀ। ਸੋ ਬੇਟਾ ਥਾਲ ਉਹ ਨਹੀਂ ਜਿਹ 'ਚ ਰੋਟੀਆਂ ਖਾਂਦੇ ਆ, ਇਹ ਉਹ ਥਾਲ ਨੇ ਜਿਹੜੀ ਕੁੜੀ ਪਾਉਂਦੀ ਆ। ਜਿਵੇਂ ਕੋਈ ਵੀ ਕੁੜੀ ਇਹਦੇ ਵਿੱਚ ਆਪਣੇ ਪਿਤਾ ਦੀ ਤਾਰੀਫ ਕਰਦੀ ਥਾਲ ਗੀਤ, ਲੋਕ ਗੀਤ ਗਾਉਂਦੀ ਆ ਜਾਂ ਬਾਲ ਗੀਤ ਗਾਉਂਦੀ ਆ। ਸੋ ਕਦੇ ਉਹ ਭਾਬੀ ਦਾ ਬਾਲ ਗੀਤ ਗਾਉਂਦੀ ਆ, ਜਿਹੜਾ ਅਸੀਂ ਬੋਲਦੇ ਆ ਬੱਚਿਆਂ ਦੇ ਗਾਣੇ, ਅਤੇ ਕਦੇ ਉਹ ਆਪਣੇ ਪਿਤਾ ਲਈ ਗਾਉਂਦੀ ਆ। ਸੋ ਇਸੇ ਤਰ੍ਹਾਂ ਬੇਟਾ ਉਹ ਜਿਵੇਂ ਉਹ ਥਾਲ ਪੂਰੇ ਕਰਦੀ ਜਾਂਦੀ ਆ, ਉਹਦੇ ਥਾਲਾਂ ਨੂੰ ਗਿਣਿਆ ਜਾਂਦਾ ਵੀ 1 ਥਾਲ ਪਾਤਾ, 2 ਥਾਲ ਪਾਤੇ, 3 ਥਾਲ ਪਾਤੇ। ਸੋ ਬੇਟਾ ਥਾਲ ਕੋਈ ਰੋਟੀ ਖਾਣ ਵਾਲਾ ਥਾਲ ਨਹੀਂ, ਇਹ ਬਾਲ ਖੇਡ ਦੇ ਵਿੱਚ ਗੁਣਗੁਣਾਏ ਜਾਂਦੇ ਇੱਕ ਨਿੱਕੇ ਜਿਹੇ ਗਾਣੇ ਨੂੰ ਕਿਹਾ ਜਾਂਦਾ ਥਾਲ। ਥਾਲ ਕੀ ਹੁੰਦੇ ਹਨ? ਖੇਡ ਵਿੱਚ ਗਾ ਕੇ ਪਾਏ ਜਾਂਦੇ ਬੋਲਾਂ ਨੂੰ ਥਾਲ ਕਹਿੰਦੇ ਹਨ। ਸੋ ਬੇਟਾ ਖੇਡ ਦੇ ਵਿੱਚ ਨਾ ਜਿਹੜੇ ਬੱਚੇ ਗੁਣਗੁਣਾਉਂਦੇ ਨੇ, ਗਾਉਂਦੇ ਨੇ, ਜਿਵੇਂ ਕੁੜੀਆਂ ਗਿੱਧੇ ਵਿੱਚ ਬੋਲੀ ਪਾਉਂਦੀਆਂ ਨੇ, ਬੇਟਾ ਇਹ ਥਾਲ ਵੀ ਬਿਲਕੁਲ ਉਸੇ ਤਰ੍ਹਾਂ ਹੀ ਹੁੰਦੇ ਹਨ। ਥਾਲ ਪਾਉਣੇ ਕਦੋਂ ਬੰਦ ਹੁੰਦੇ ਹਨ?
ਜਦੋਂ ਖਿੱਦੋ ਡਿੱਗ ਜਾਂਦੀ ਹੈ। ਜਿਹੜੀ ਕੁੜੀ ਬੇਟਾ ਥਾਲਾਂ ਨੂੰ ਕੰਟੀਨਿਊ ਪਾ ਰਹੀ ਹੁੰਦੀ ਹੈ ਬੋਲ ਬੋਲ ਕੇ, ਤੇ ਜਦੋਂ ਉਹਦੇ ਹੱਥ ਦੇ ਵਿੱਚੋਂ ਜਿਹੜੀ ਗੇਂਦ ਆ ਉਹ ਨੀਚੇ ਡਿੱਗ ਜਾਂਦੀ ਹੈ ਤਾਂ ਫਿਰ ਜਿਹੜੀ ਉਹਦੀ ਉਹ ਪ੍ਰਕਿਰਿਆ ਨੂੰ ਰੋਕ ਦਿੰਦਾ ਜਾਂਦਾ ਹੈ। ਫਿਰ ਅਗਲਾ ਬੱਚਾ ਥਾਲ ਪਾਉਣੇ ਸ਼ੁਰੂ ਕਰ ਦਿੰਦਾ ਹੈ। ਥਾਲ ਪਾਉਣੇ ਕਦੋਂ ਬੰਦ ਹੁੰਦੇ ਹਨ? ਜਦੋਂ ਖਿੱਦੋ ਡਿੱਗ ਜਾਂਦੀ ਹੈ, ਜਦੋਂ ਗੇਂਦ ਡਿੱਗ ਜਾਂਦੀ ਹੈ। ਸਵਾਲ ਨੰਬਰ 12, ਥਾਲ ਵਿੱਚ ਜੇਤੂ ਕਿਸ ਨੂੰ ਮੰਨਿਆ ਜਾਂਦਾ ਹੈ? ਉੱਤਰ ਹੈ ਜਿਸ ਨੇ ਸਭ ਤੋਂ ਵੱਧ ਥਾਲ ਪਾਏ ਹੋਣ। ਕਿਹੜੇ ਪਲੇਅਰ ਨੂੰ ਜੇਤੂ ਮੰਨਿਆ ਜਾਂਦਾ ਹੈ? ਜਿਸ ਨੇ ਸਭ ਤੋਂ ਵੱਧ ਥਾਲ ਪਾਏ ਹੋਣ। ਸਵਾਲ ਨੰਬਰ 13, ਥਾਲ ਪਾਉਣ ਵਾਲੀਆਂ ਕੁੜੀਆਂ ਦੀ ਉਮਰ ਕਿੰਨੀ ਹੁੰਦੀ ਹੈ? ਉੱਤਰ ਬਚਪਨ ਟੱਪ ਕੇ ਜਵਾਨੀ ਦੀਆਂ ਬਰੂਹਾਂ 'ਤੇ ਖੜੀਆਂ ਕੁੜੀਆਂ, ਭਾਵ ਮੁਟਿਆਰ ਕੁੜੀਆਂ। 9 ਤੋਂ 10 ਸਾਲਾਂ ਦੇ ਬੱਚੇ ਬੇਟਾ ਇਸ ਖੇਡ ਨੂੰ ਖੇਡਦੇ ਹਨ। ਥਾਲ ਖੇਡ ਵਿੱਚ ਕਿਹੜੇ ਰਿਸ਼ਤਿਆਂ ਦਾ ਜ਼ਿਕਰ ਹੁੰਦਾ ਹੈ? ਸੋ ਭੈਣ ਭਰਾ ਦਾ ਜ਼ਿਕਰ ਹੁੰਦਾ ਹੈ ਬੇਟਾ, ਭਰਜਾਈਆਂ ਭਾਵ ਭਾਬੀਆਂ ਦਾ ਜ਼ਿਕਰ ਹੁੰਦਾ, ਅਤੇ ਮਾਂ ਅਤੇ ਬਾਪ ਦਾ ਜ਼ਿਕਰ ਇਹਨਾਂ ਖੇਡਾਂ ਦੇ ਵਿੱਚ ਹੁੰਦਾ। ਜਿਹੜੇ ਕੁੜੀਆਂ ਥਾਲ ਪਾਉਂਦੀਆਂ ਨੇ ਉਹਦੇ ਵਿੱਚ ਕਦੇ ਭੈਣ ਦਾ ਜ਼ਿਕਰ ਹੁੰਦਾ ਅਤੇ ਕਦੇ ਭਰਾ ਦਾ ਜ਼ਿਕਰ ਹੁੰਦਾ, ਕਦੇ ਭਰਜਾਈ ਦਾ ਜ਼ਿਕਰ ਹੁੰਦਾ ਅਤੇ ਕਦੇ ਮਾਂ ਦਾ ਜ਼ਿਕਰ ਹੁੰਦਾ ਅਤੇ ਕਦੇ ਬਾਪੂ ਦਾ ਜ਼ਿਕਰ ਹੁੰਦਾ। ਸੋ ਅੱਗੇ ਜੇ ਅਸੀਂ ਗੱਲ ਕਰੀਏ 15 ਨੰਬਰ ਸਵਾਲ, ਪੰਜਾਬ ਦੇ ਸਕੂਲਾਂ ਵਿੱਚ ਇਹ ਖੇਡ ਕਿਸ ਸਮੇਂ ਖੇਡੀ ਜਾਂਦੀ ਹੈ? ਉੱਤਰ ਹੈ ਅੱਧੀ ਛੁੱਟੀ ਵੇਲੇ। ਤਾਂ ਜਦੋਂ ਬੇਟਾ ਬੱਚੇ ਸਕੂਲੋਂ ਅੱਧੀ ਛੁੱਟੀ ਦਾ ਟਾਈਮ ਹੁੰਦਾ, ਰਿਸੈਸ ਟਾਈਮ ਜਾਂ ਇਹਨੂੰ ਕਹਿ ਦਈਏ ਲੰਚ ਟਾਈਮ, ਰਿਸੈਸ ਟਾਈਮ ਬੇਟਾ ਜਿਹੜੇ ਇਹ ਬੱਚੇ ਨੇ ਉਹ ਇਹ ਖੇਡ ਨੂੰ ਖੇਡਦੇ ਹਨ। ਸਵਾਲ ਨੰਬਰ 16, ਕਈ ਵਾਰ ਬੱਚੇ ਕਿਸ ਦੀ ਗੇਂਦ ਨਾਲ ਥਾਲ ਪਾਉਂਦੇ ਹਨ? ਕਿਸ ਦੀ ਤੋਂ ਭਾਵ ਬੇਟਾ ਵੀ ਕਿਹੜੀ ਗੇਂਦ ਨਾਲ? ਸੋ ਬੇਟਾ ਅੱਜ ਦੇ ਸਮੇਂ ਦੇ ਵਿੱਚ ਲੀਰਾਂ ਦੀ ਗੇਂਦ ਬਣਾਉਣਾ ਇੰਝ ਲੱਗਦਾ ਕਿ ਸਮਾਂ ਖਰਾਬ ਕਰਨਾ ਹੁੰਦਾ। ਸੋ ਬੱਚੇ ਬੇਟਾ ਰਬੜ ਦੀ ਗੇਂਦ ਨਾਲ ਵੀ ਇਹ ਥਾਲ ਦੀ ਖੇਡ ਨੂੰ ਖੇਡਦੇ ਵੇਖੇ ਗਏ ਹਨ। ਸੋ ਬੇਟਾ ਕਈ ਵਾਰ ਬੱਚੇ ਰਬੜ ਦੀ ਗੇਂਦ ਨਾਲ, ਪਲਾਸਟਿਕ ਦੀ ਗੇਂਦ ਨਾਲ ਥਾਲ ਪਾਉਂਦੇ ਹਨ। ਸੋ ਬੇਟਾ ਅਗਲਾ ਜਿਵੇਂ ਅਸੀਂ ਉੱਪਰ ਗੱਲ ਕਰਦੇ ਵੀ ਥਾਲ ਕੀ ਹੁੰਦਾ, ਉਹਦੀਆਂ ਪਹਿਲੀਆਂ 2 ਲਾਈਨਾਂ ਦਾ ਜ਼ਿਕਰ ਆਪਾਂ ਉੱਪਰ ਕੀਤਾ ਹੈ ਕਿ ਥਾਲ ਪਾਠ ਵਿੱਚ ਆਏ ਪਹਿਲੇ ਥਾਲ ਦੇ ਕੀ ਬੋਲ ਹਨ? ਜਿਵੇਂ ਥਾਲ ਥਾਲ ਥਾਲ, ਮਾਂ ਮੇਰੀ ਦੇ ਲੰਮੇ ਵਾਲ, ਪਿਓ ਮੇਰਾ ਸਾਹੂਕਾਰ। ਸਾਹੂਕਾਰ ਬੇਟਾ ਹੁਣ ਜਿਵੇਂ ਅਸੀਂ ਗੱਲ ਕਰਦੇ ਹਾਂ ਵੀ ਥਾਲ ਐਵੇਂ ਸ਼ੁਰੂ ਹੁੰਦਾ ਜਿਵੇਂ ਮਾਂ ਮੇਰੀ ਦੇ ਲੰਮੇ ਵਾਲ, ਫਿਰ ਬੇਟਾ ਇੱਥੇ ਮਾਂ ਦਾ ਜ਼ਿਕਰ ਆ ਕਿ ਪਿਓ ਮੇਰਾ ਸ਼ਾਹੂਕਾਰ, ਜਿਹੜਾ ਮੇਰਾ ਪਿਤਾ ਉਹ ਇੱਕ ਵਧੀਆ ਤਾਕੜਾ ਬੰਦਾ ਹੈ ਜਾਂ ਵਪਾਰੀ ਬੰਦਾ ਹੈ। ਸੋ ਬੇਟਾ ਇਸ ਤਰ੍ਹਾਂ ਇੱਕ ਜਿਹੜਾ ਪਹਿਲਾ ਥਾਲ ਬੇਟਾ ਇਸ ਚੈਪਟਰ 'ਚ ਆਇਆ ਉਹਦੇ ਜਿਹੜੇ ਮੂਹਰਲੇ 2 ਲਾਈਨਾਂ ਨੇ ਉਹਨਾਂ ਨੂੰ ਅਸੀਂ ਉਦਾਹਰਨ ਦੇ ਤੌਰ 'ਤੇ ਲਿਆ ਕਿ ਬੱਚੇ ਕਿਸ ਤਰ੍ਹਾਂ ਥਾਲ ਪਾਉਂਦੇ ਨੇ। ਸੋ ਅਸੀਂ ਗੱਲ ਕਰਦੇ ਹਾਂ ਫਿਲਿਪਸ ਦੀਆਂ ਕਿਸ ਤਰ੍ਹਾਂ ਦੀਆਂ ਆਉਣਗੀਆਂ। ਥਾਲ ਡੈਸ਼ ਕੁੜੀਆਂ ਦੀ ਹਰਮਨ ਪਿਆਰੀ ਲੋਕ ਖੇਡ ਹੈ। ਕਿਹੜੀਆਂ ਕੁੜੀਆਂ ਦੀ? ਪੰਜਾਬੀ ਕੁੜੀਆਂ ਦੀ ਲੋਕ ਖੇਡ, ਮਤਲਬ ਕਿ ਹਰਮਨ ਪਿਆਰੀ ਖੇਡ ਹੈ ਪੰਜਾਬੀ ਕੁੜੀਆਂ ਦੀ। ਇਹ ਖੇਡ ਘਰਾਂ ਦੇ ਡੈਸ਼ ਵਿੱਚ ਖੇਡੀ ਜਾਂਦੀ ਹੈ। ਉੱਤਰ ਹੈ ਦਲਾਨਾਂ ਵਿੱਚ। ਸੋ ਅਗਲਾ 20 ਨੰਬਰ ਹੈ ਕਿ ਇੱਕ ਤੋਂ ਵੱਧ ਡੈਸ਼ ਇਹ ਖੇਡ ਖੇਡਦੀਆਂ ਹਨ ਕੁੜੀਆਂ। ਇੱਕ ਤੋਂ ਵੱਧ ਕੁੜੀਆਂ ਇਹ ਖੇਡ ਖੇਡਦੀਆਂ ਹਨ। 21 ਨੰਬਰ ਹੈਗਾ ਬੇਟਾ ਕਿ ਜਿਸ ਕੁੜੀ ਨੇ ਸਭ ਤੋਂ ਵੱਧ ਡੈਸ਼ ਪਾਏ ਹੋਣ ਉਸ ਨੂੰ ਜੇਤੂ ਮੰਨਿਆ ਜਾਂਦਾ ਹੈ। ਉੱਤਰ ਹੈ ਥਾਲ। ਜਿਹੜੀ ਕੁੜੀ ਨੇ ਸਭ ਤੋਂ ਵੱਧ ਥਾਲ ਪਾਏ ਹੁੰਦੇ ਹਨ ਉਸ ਨੂੰ ਇਸ ਖੇਡ ਦੇ ਵਿੱਚ ਜੇਤੂ ਮੰਨਿਆ ਜਾਂਦਾ ਹੈ। ਸੋ ਬੇਟਾ ਇਹ ਸਨ ਤੁਹਾਡੇ ਇਸ ਚੈਪਟਰ ਨਾਲ ਸੰਬੰਧਿਤ MCQs। ਸੋ ਬੇਟਾ ਟਰਮ 1 ਦੇ ਵਿੱਚ ਆਪ ਜੀ ਨੂੰ ਜੋ ਵੀ ਚੈਪਟਰ ਲੱਗੇ ਹਨ ਜਾਂ ਆਪ ਜੀ ਦੇ ਜੋ ਸਿਲੇਬਸ ਦੇ ਅਨੁਸਾਰ ਚੈਪਟਰ ਨੇ ਉਹਨਾਂ ਦੇ ਸੰਬੰਧ ਦੇ ਵਿੱਚ ਜਿਹੜੇ MCQs ਆਪ ਜੀ ਨਾਲ ਸਾਂਝੇ ਕੀਤੇ ਨੇ, ਸੋ ਉਹ ਸਾਰੇ ਵਿਦਿਆਰਥੀਆਂ ਨੇ ਇਹਨਾਂ MCQs ਨੂੰ ਆਪਣੇ ਪੇਪਰਾਂ ਦੀ ਤਿਆਰੀ ਦੇ ਲਈ ਪੜ੍ਹਨਾ ਹੈ, ਮਿਹਨਤ ਕਰਨੀ ਹੈ। ਸੋ ਆਸ ਕਰਦੇ ਹਾਂ ਸਾਰੇ ਵਿਦਿਆਰਥੀ ਇਸ ਵੀਡੀਓ ਦੇ ਵਿੱਚ ਦੱਸੀ ਹੋਈ ਜਾਣਕਾਰੀ ਤੋਂ ਬਿਨਾਂ ਆਪਣੀ ਪਾਠ ਪੁਸਤਕ ਦੇ ਉੱਪਰ ਵੀ ਤਿਆਰੀ ਕਰਨਗੇ ਅਤੇ ਆਪਣੇ ਪੇਪਰਾਂ ਦੇ ਵਿੱਚ ਜਿਹੜੇ ਅੱਛੇ ਮਾਰਕਸ ਲੈ ਕੇ ਜਾਣਗੇ। ਸੋ ਸਾਰੇ ਵਿਦਿਆਰਥੀਆਂ ਨੇ ਬੜੇ ਧਿਆਨ ਦੇ ਨਾਲ ਇਹਨਾਂ ਸਾਰੇ MCQs ਨੂੰ ਪੜ੍ਹਨਾ ਹੈ ਅਤੇ ਇੱਕ ਵਾਰੀ ਆਪਣੀ ਪਾਠ ਪੁਸਤਕ ਦੇ ਵਿੱਚੋਂ ਵੀ ਇਹਨਾਂ ਚੈਪਟਰਾਂ ਦੀ ਤਿਆਰੀ ਜ਼ਰੂਰ ਕਰਨੀ ਹੈ। ਸੋ 6ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਨਾਲ ਸੰਬੰਧਿਤ ਹੋਰ ਵਧੇਰੇ ਜਾਣਕਾਰੀ ਲਈ ਆਪ ਜੀ ਜੁੜੇ ਰਹੋ ਆਪਣੇ ਚੈਨਲ ਦੇ ਨਾਲ, ਜਿਸ ਦਾ ਨਾਮ ਹੈ ਪੰਜਾਬੀ ਐਜੂਕੇਸ਼ਨ ਚੈਨਲ। ਸੋ ਸ਼ਾਰਟ ਕੁਐਸਚਨਾਂ ਦੀ ਇਸ ਵੀਡੀਓ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਥੈਂਕ ਯੂ ਜੀ ਐਂਡ ਸਤਿ ਸ਼੍ਰੀ ਅਕਾਲ।